हाँ जी, गुड ईवनिंग एवरीवन एंड ਮਲੂਕਾ ਆਈਏਐਸ ਕਰੰਟ ਅਫੇਅਰਸ ਦੀਆਂ ਜੋ ਸਾਡੀਆਂ ਲਾਈਵ ਕਲਾਸਿਸ ਚੱਲਦੀਆਂ ਉਹਨਾਂ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਆਨਲਾਈਨ ਬੈਠੇ ਨੇ ਇੱਕ ਵਾਰੀ ਮੈਸੇਜ ਕਰਕੇ ਦੱਸ ਦਿਓ ਕਿ ਤੁਹਾਨੂੰ ਸਾਰਿਆਂ ਨੂੰ ਆਵਾਜ਼ ਆ ਰਹੀ ਹੈ ਜੀ, ਸੋ ਦੈਟ ਆਪਾਂ ਅੱਜ ਦੀ ਜੋ ਸਾਡੀ ਕਲਾਸ ਹੈ ਉਹਨੂੰ ਸਟਾਰਟ ਕਰ ਸਕੀਏ। ਕੁਝ ਇੰਪੋਰਟੈਂਟ ਟੌਪਿਕਸ ਨੇ ਜੋ ਕਰੰਟ ਅਫੇਅਰਸ ਦੇ ਵਿੱਚੋਂ ਨੇ, ਜਿਵੇਂ ਆਪਾਂ ਟੈਲੀਗ੍ਰਾਮ ਚੈਨਲ ਤੇ ਵੀ ਤੁਹਾਨੂੰ ਦੱਸਿਆ ਸੀ ਕਿ ਕਿਹੜੇ ਟੌਪਿਕਸ ਤੇ ਅੱਜ ਡਿਸਕਸ਼ਨ ਕਰਨੀ ਆ। ਕੁਝ ਮੁੱਦੇ ਉਹਨਾਂ ਚੋਂ ਸਾਡੇ ਪੇਪਰ ਲਈ ਬਹੁਤ ਇੰਪੋਰਟੈਂਟ ਨੇ, ਸੋ ਇਹ ਕਲਾਸ ਧਿਆਨ ਨਾਲ ਦੇਖਿਓ ਸਾਰੇ। ਹਾਂਜੀ ਹਾਂਜੀ, ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ। ਠੀਕ ਹੈ ਜੀ, ਆ ਰਹੀ ਹੈ ਜੀ ਆਵਾਜ਼। ਤੇ ਜਿਵੇਂ ਆਪਾਂ ਕੱਲ ਦੀ ਕਲਾਸ ਜਾਂ ਉਸ ਤੋਂ ਪਹਿਲਾਂ ਵੀ ਕਈ ਬੱਚਿਆਂ ਨੇ ਕਿਹਾ ਸੀ ਕਿ ਆਪਾਂ ਜੋ ਕਰੰਟ ਅਫੇਅਰਸ ਦੀਆਂ ਕਲਾਸਿਸ ਲੈਂਦੇ ਆ ਇਹਦੇ ਨਾਲ ਕੁਐਸਚਨਸ ਵੀ ਆਪਾਂ ਦੁਬਾਰਾ ਸਟਾਰਟ ਕਰੀਏ ਜਿਵੇਂ ਪਹਿਲਾਂ ਕਰਦੇ ਸੀ। ਵਿੱਚ ਦੀ ਅਸੀਂ ਸੋਚਿਆ ਸੀ ਕਿ ਉਹ ਕੁਐਸਚਨਸ ਨੇ ਜਿਹੜੇ ਤੁਹਾਨੂੰ ਆਪਾਂ ਟੈਲੀਗ੍ਰਾਮ ਚੈਨਲ ਤੇ ਦਈਏ, ਬਟ ਕੁਝ ਬੱਚਿਆਂ ਦੀ ਡਿਮਾਂਡ ਸੀ ਕਿ ਜੇ ਆਪਾਂ ਕੁਐਸਚਨਸ ਨਾਲ ਰੱਖਦੇ ਹਾਂ ਤਾਂ ਉਹ ਸ਼ਾਇਦ ਥੋੜਾ ਜ਼ਿਆਦਾ ਇੰਟਰਸਟਿੰਗ ਹੋ ਜਾਂਦਾ ਉਹਨਾਂ ਲਈ, ਉਹਨਾਂ ਚੀਜ਼ਾਂ ਨੂੰ ਸਮਝਣਾ ਤੇ ਆਨਸਰ ਨੂੰ ਕਰਨਾ, ਕੁਐਸਚਨ ਨੂੰ ਦੇਖਣਾ ਤੇ ਉਹਦੇ ਆਨਸਰ ਕਰਨਾ ਨਾਲ ਦੀ ਨਾਲ। ਸੋ ਤੁਹਾਡੀ ਜਿਵੇਂ ਤੁਸੀਂ ਕਹਿ ਰਹੇ ਸੀ ਉਸੇ ਅਕੋਰਡਿੰਗ ਅੱਜ ਦੀ ਜੋ ਕਲਾਸ ਆ ਇਹਦੇ ਵਿੱਚ ਆਪਾਂ ਜੋ ਕੁਐਸਚਨਸ ਵਾਲਾ ਸਾਡਾ ਜੋ ਪੈਟਰਨ ਸੀ ਉਹਨੂੰ ਫਿਰ ਤੋਂ ਐਡ ਆਨ ਕੀਤਾ। ਸੋ ਤੁਹਾਨੂੰ ਸਾਰਿਆਂ ਨੂੰ ਇਹ ਰਿਕੁਐਸਟ ਆ ਕਿ ਜੋ ਵੀ ਆਪਾਂ ਟੌਪਿਕਸ ਕਰਾਂਗੇ ਉਹਦੇ ਨਾਲ ਜਿਹੜੇ ਕੁਐਸਚਨਸ ਹੋਣਗੇ ਉਹ ਤੁਸੀਂ ਆਨਸਰ ਕਰਿਓ। ਹਾਂਜੀ, ਗੁੱਡ ਈਵਨਿੰਗ ਜੀ ਮਨਦੀਪ ਜੀ। ਤੁਸੀਂ ਸਾਰੇ ਉਹ ਕੁਐਸਚਨਸ ਦੇ ਆਨਸਰ ਕਰਿਓ ਤੇ ਜਦੋਂ ਆਪਾਂ ਟੌਪਿਕ ਦੇ ਬਾਅਦ ਜਿਵੇਂ ਆਪਾਂ ਪਹਿਲਾਂ ਕਰਦੇ ਸੀ ਉਸੇ ਤਰ੍ਹਾਂ ਆਪਾਂ ਉਹਨਾਂ ਕੁਐਸਚਨਸ ਨੂੰ, ਉਹਨਾਂ ਦੇ ਆਨਸਰਸ ਨੂੰ ਡਿਸਕਸ ਕਰਾਂਗੇ। ਠੀਕ ਹੈ ਜੀ, ਚਲੋ ਜ਼ਿਆਦਾ ਟਾਈਮ ਨਾ ਲਾਈਏ ਤੇ ਆਪਾਂ ਆਪਣੀ ਜੋ ਕਲਾਸ ਹੈ ਉਹਨੂੰ ਸਟਾਰਟ ਕਰੀਏ। ਸਾਡਾ ਫਸਟ ਅੱਜ ਦਾ ਜੋ ਟੌਪਿਕ ਹੈ ਜੀ ਮੋਨੇਟਰੀ ਪਾਲਿਸੀ ਕਮੇਟੀ, ਤੇ ਇਹਦੇ ਬਾਰੇ ਜੋ ਕੁਐਸਚਨ ਤੁਹਾਡੇ ਲਈ ਫਰੇਮ ਕੀਤਾ, ਦੈਟ ਇਜ਼ ਵਿਚ ਆਫ ਦ ਫੋਲੋਇੰਗ ਸਟੇਟਮੈਂਟਸ ਇਜ਼ ਔਰ ਆਰ ਕਰੈਕਟ। First statement is inflation means increase in general price level of selected goods and services in an economy। ਮੈਂ ਤੁਹਾਡੇ ਲਈ ਨਾਲ ਦੀ ਨਾਲ ਹੀ ਜੋ ਕੁਝ ਟਰਮਸ ਨੇ ਤੁਹਾਨੂੰ ਧਿਆਨ 'ਚ ਰੱਖਣ ਦੀ ਲੋੜ ਆ ਉਹ ਅੰਡਰਲਾਈਨ ਕਰੀ ਜਾਊਂਗਾ। Inflation means increase in general price level of selected goods and services। ਠੀਕ ਹੈ ਜੀ, ਫਸਟ ਸਟੇਟਮੈਂਟ ਦੇ ਵਿੱਚ ਇਹ ਦੋ ਟਰਮਸ ਨੇ ਜਿਹੜੀਆਂ ਤੁਸੀਂ ਧਿਆਨ 'ਚ ਰੱਖਣੀਆਂ ਨੇ ਆਨਸਰ ਕਰਨ ਲੱਗੇ। ਸੈਕੰਡ ਸਟੇਟਮੈਂਟ ਇਜ਼ deflation means prices in the economy are rising but the rate of increase has come down। ਪ੍ਰਾਈਸ ਵੱਧ ਰਹੇ ਨੇ ਬਟ ਉਹਨਾਂ ਦਾ ਪ੍ਰਾਈਸ ਜਿਹੜਾ ਰੇਟ ਆਫ ਇਨਕਰੀਜ਼ ਸੀ ਉਹ ਘਟ ਗਿਆ। ਠੀਕ ਹੈ ਜੀ, ਇਹ ਡਿਫਲੇਸ਼ਨ ਦੇ ਲਈ ਕਿਹਾ। ਥਰਡ ਸਟੇਟਮੈਂਟ ਇਜ਼ disinflation means decrease in general level of prices in an economy। ਠੀਕ ਹੈ ਜੀ, ਤੇ ਲਾਸਟ ਸਟੇਟਮੈਂਟ ਹੈ ਕੋਰ ਇਨਫਲੇਸ਼ਨ। ਕੋਰ ਇਨਫਲੇਸ਼ਨ ਇਜ਼ ਵਨ that includes prices of food and fuel articles in it। ਇਹ ਚਾਰ ਸਟੇਟਮੈਂਟਸ ਨੇ, ਤੁਸੀਂ ਦੱਸਣਾ ਨਾ ਜੋ ਕਿਹੜੀਆਂ ਠੀਕ ਨੇ। ਪਹਿਲੀਆਂ ਦੋ ਠੀਕ ਨੇ, ਪਹਿਲੀ ਤੇ ਤੀਜੀ ਠੀਕ ਆ, ਜਾਂ ਫਿਰ ਦੂਜੀ ਤੀਜੀ ਚੌਥੀ ਠੀਕ ਆ, ਜਾਂ ਇਹਨਾਂ ਚੋਂ ਕੋਈ ਵੀ ਠੀਕ ਨਹੀਂ ਹੈ। ਹਾਂਜੀ ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਆਨਸਰ ਕਰਿਓ ਜੀ ਇਸ ਕੁਐਸਚਨ ਦਾ ਤੇ ਉਹਨੂੰ ਆਪਾਂ ਲਾਸਟ ਦੇ ਵਿੱਚ ਡਿਸਕਸ ਕਰਾਂਗੇ। ਇਹ ਸਾਡਾ ਜਿਹੜਾ ਟੌਪਿਕ ਹੈ ਮੋਨੇਟਰੀ ਪਾਲਿਸੀ ਬਾਰੇ ਥੋੜਾ ਜਿਹਾ ਲੈਂਦੀ ਹੋ ਜਾਣਾ ਕਿਉਂਕਿ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਰੈਲੇਵੈਂਟ ਹੈ ਇਹ। ਤੇ ਜਿਵੇਂ ਆਪਾਂ ਦੱਸਿਆ ਸੀ ਤੁਹਾਨੂੰ ਵੀ ਕੁਝ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਥਰੂ ਆਊਟ ਦਾ ਈਅਰ ਨਿਊਜ਼ ਦੇ ਵਿੱਚ ਰਹਿੰਦੀਆਂ ਨੇ ਤੇ ਉਹਨਾਂ ਦਾ ਸਾਡੇ ਲਈ, ਸਾਡੀ ਇਕਨੋਮੀ ਦੇ ਲਈ, ਸਾਡੀ ਕੰਟਰੀ ਦੇ ਲਈ ਰੈਲੇਵੈਂਸ ਵੀ ਬਹੁਤ ਹੁੰਦਾ। ਤਾਂ ਕਰਕੇ ਉਹ ਚੀਜ਼ਾਂ ਸਾਡੇ ਪੇਪਰ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਨੇ, ਚਾਹੇ ਯੂਪੀਐਸਸੀ ਹੈ ਜਾਂ ਸਟੇਟ ਪੀਸੀਐਸ ਆ। ਠੀਕ ਹੈ ਜੀ, ਉਹਨਾਂ ਟੌਪਿਕਸ ਦੇ ਵਿੱਚੋਂ ਇੱਕ ਟੌਪਿਕ ਹੈ ਮੋਨੇਟਰੀ ਪਾਲਿਸੀ। ਠੀਕ ਹੈ, ਜਾਂ ਮੋਨੇਟਰੀ ਪਾਲਿਸੀ ਕਮੇਟੀ ਕਹਿ ਲਈਏ, ਕਿਉਂਕਿ ਜਿਹੜੀ ਮੋਨੇਟਰੀ ਪਾਲਿਸੀ ਹੈ ਨਾ, ਜੇ ਆਪਾਂ ਪੰਜਾਬੀ 'ਚ ਮੈਂ ਤੁਹਾਨੂੰ ਦੱਸਾਂ ਵੀ ਇਹ ਆਰਬੀਆਈ ਜੋ ਸਾਡੀ ਸੈਂਟਰਲ ਬੈਂਕ ਆ, ਇਹ ਹਰ ਦੂਸਰੇ ਮਹੀਨੇ ਮੋਨੇਟਰੀ ਪਾਲਿਸੀ ਪਬਲਿਸ਼ ਕਰਦੀ ਆ। ਉਹ ਪਬਲਿਸ਼ ਕਿਉਂ ਕਰਦੀ ਆ, ਮੋਨੇਟਰੀ ਪਾਲਿਸੀ ਹੁੰਦੀ ਕੀ ਆ, ਉਹਦੇ ਅੰਡਰ ਆਰਬੀਆਈ ਨੇ ਜਾਂ ਸੈਂਟਰਲ ਗਵਰਨਮੈਂਟ ਨੇ ਕਰਨਾ ਕੀ ਹੁੰਦਾ, ਜਾਂ ਸਾਡੀ ਜਿਹੜੀ ਮੋਨੇਟਰੀ ਪਾਲਿਸੀ ਕਮੇਟੀ ਆ ਉਹ ਬਣਦੀ ਕਿਵੇਂ ਆ, ਉਹ ਸਭ ਚੀਜ਼ਾਂ ਆਪਾਂ ਇਸ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ ਤੇ ਨਾਲ ਕੁਝ ਰਿਲੇਟਡ ਜਿਹੜੇ ਟੌਪਿਕਸ ਨੇ ਉਹ ਵੀ ਕਵਰ ਕਰਾਂਗੇ। ਠੀਕ ਹੈ ਜੀ, ਵਾਈ ਇਨ ਨਿਊਜ਼ ਆਰਬੀਆਈਜ਼ ਮੋਨੇਟਰੀ ਪਾਲਿਸੀ ਕਮੇਟੀ, ਐਮਪੀਸੀ ਦਾ ਮਤਲਬ ਹੈ ਜੀ ਮੋਨੇਟਰੀ ਪਾਲਿਸੀ ਕਮੇਟੀ। ਜੋ ਆਪਣਾ ਟੌਪਿਕ ਹੈ ਉਹਦੀ ਸ਼ਾਰਟ ਫਾਰਮ ਹੈ, ਇੱਕ ਫੁੱਲ ਫਾਰਮ ਮੋਨੇਟਰੀ ਪਾਲਿਸੀ ਕਮੇਟੀ, ਉਹਨੂੰ ਆਪਾਂ ਸ਼ਾਰਟ ਦੇ ਵਿੱਚ ਐਮਪੀਸੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਇਨ ਇਟਸ ਲੇਟੈਸਟ ਬਾਈ ਮੰਥਲੀ monetary policy review has increased the policy rates by 35 basis points। ਠੀਕ ਹੈ ਜੀ, ਇਹ ਤਾਂ ਆਪਣਾ ਨਿਊਜ਼ ਦੇ ਬਾਰੇ ਹੈ ਕਿ ਨਿਊਜ਼ ਦੇ ਵਿੱਚ ਕਿਉਂ ਆ, ਜੋ ਵੀ ਇਹਦੇ ਵਿੱਚ ਟਰਮਸ ਨੇ ਨਾ, ਚਾਹੇ ਬਾਈ ਮੰਥਲੀ ਮੋਨੇਟਰੀ ਪਾਲਿਸੀ ਰਿਵਿਊ ਹੈ ਜਾਂ ਪਾਲਿਸੀ ਰੇਟਸ ਨੇ ਜਾਂ ਐਮਪੀਸੀ ਹੈ, ਇਹ ਸਾਰੀਆਂ ਟਰਮਸ ਨੂੰ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਠੀਕ ਹੈ ਜੀ, ਹਾਂਜੀ ਕਈ ਬੱਚੇ ਆਨਸਰ ਕਰ ਰਹੇ ਨੇ, ਬਾਕੀਆਂ ਨੂੰ ਵੀ ਮੈਂ ਕਹਿੰਦਾ ਤੁਸੀਂ ਵੀ ਆਨਸਰ ਕਰੋ ਜੀ ਇਹਦਾ।
ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਮੋਨਿਟਰੀ ਪੋਲਿਸੀ ਕਮੇਟੀ ਹੈ ਕੀ। ਠੀਕ ਹੈ ਜੀ, ਵਟ ਇਜ਼ ਮੋਨਿਟਰੀ ਪੋਲਿਸੀ ਕਮੇਟੀ? ਇਹ 6 ਮੈਂਬਰਾਂ ਦੀ ਇੱਕ ਕਮੇਟੀ ਹੈ, ਇੱਕ ਸੰਗਠਨ ਹੈ ਜਿਹਦੇ ਵਿੱਚ 6 ਮੈਂਬਰ ਹੁੰਦੇ ਨੇ ਟੋਟਲ। ਠੀਕ ਹੈ ਜੀ, ਤੇ ਇਹਨੂੰ ਬਣਾਇਆ ਗਿਆ ਸੀ 2016 ਦੇ ਵਿੱਚ। 2016 ਦੇ ਵਿੱਚ ਮੋਨਿਟਰੀ ਪੋਲਿਸੀ ਕਮੇਟੀ ਤੋਂ ਪਹਿਲਾਂ ਟੈਕਨੀਕਲ ਐਡਵਾਈਜ਼ਰੀ ਕਮੇਟੀ ਹੁੰਦੀ ਸੀ, ਜੋ ਆਰਬੀਆਈ ਨੂੰ ਕਹ ਲਓ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਕਹ ਲਓ, ਜਾਂ ਵੀ ਉਹਨਾਂ ਦੀਆਂ ਜਿਹੜੀਆਂ ਮੋਨਿਟਰੀ ਪੋਲਿਸੀ ਦੇ ਕੰਸਰਨ ਦੇ ਮੋਨਿਟਰੀ ਪੋਲਿਸੀ ਦੇ ਰਿਲੇਟਡ ਕੁਝ ਟਰਮਸ ਨੇ ਉਹਨਾਂ ਦੇ ਰਿਗਾਰਡਿੰਗ ਟੈਕਨੀਕਲ ਐਡਵਾਈਜ਼ਰੀ ਕਮੇਟੀ, ਜਿਹਨੂੰ ਆਪਾਂ TAC ਕਹਿ ਦਿੰਦੇ ਸੀ, ਉਹ ਆਰਬੀਆਈ ਨੂੰ ਐਡਵਾਈਜ਼ ਕਰਦੀ ਹੁੰਦੀ ਸੀ। ਠੀਕ ਹੈ ਜੀ, ਬਟ 2016 ਦੇ ਵਿੱਚ ਕੀ ਹੋਇਆ, ਉਸ ਟੈਕਨੀਕਲ ਐਡਵਾਈਜ਼ਰੀ ਕਮੇਟੀ ਨੂੰ ਰਿਪਲੇਸ ਕਰਤਾ ਵਿਦ ਮੋਨਿਟਰੀ ਪੋਲਿਸੀ ਕਮੇਟੀ। ਠੀਕ ਹੈ ਜੀ, ਤੇ ਧਿਆਨ 'ਚ ਰੱਖੋ ਵੀ ਇਹ 6 ਮੈਂਬਰਾਂ ਦੀ ਕਮੇਟੀ ਆ, ਤੇ ਇਹਨੇ ਟੈਕਨੀਕਲ ਐਡਵਾਈਜ਼ਰੀ ਕਮੇਟੀ ਨੂੰ 2016 ਦੇ ਵਿੱਚ ਰਿਪਲੇਸ ਕੀਤਾ ਟੂ ਦਾ ਸੈਂਟਰਲ ਬੈਂਕਸ ਮੋਨਿਟਰੀ ਪੋਲਿਸੀ। ਤੇ ਇਹ ਬਾਈ ਮੰਥਲੀ 2 ਮੰਥਸ ਐਵਰੀ, ਇੱਥੇ ਨਾ ਥੋੜਾ ਜਿਹਾ ਟਾਈਪਿੰਗ ਮਿਸਟੇਕ ਹੋ ਗਈ, ਤੇ ਮੋਨਿਟਰੀ ਪੋਲਿਸੀ ਐਵਰੀ 2 ਮੰਥਸ ਪਬਲਿਸ਼ ਕਰਦੀ ਹੈ। ਠੀਕ ਹੈ ਜੀ, ਜੋ ਮੋਨਿਟਰੀ ਪੋਲਿਸੀ ਕਮੇਟੀ ਹੈ ਇਹ ਹਰ ਇੱਕ ਦੂਸਰੇ ਮਹੀਨੇ ਮੋਨਿਟਰੀ ਪੋਲਿਸੀ ਜੋ ਹੈ ਉਹਨੂੰ ਪਬਲਿਸ਼ ਕੀਤਾ ਜਾਂਦਾ। ਠੀਕ ਹੈ ਜੀ, ਤੇ ਮੋਨਿਟਰੀ ਪੋਲਿਸੀ ਕਮੇਟੀ ਹੈ ਜਿਹੜੀ, ਇਹ ਬੋਡੀ ਇੱਕ ਸਟੈਚੂਟਰੀ ਬੋਡੀ ਹੈ, ਧਿਆਨ ਰੱਖਿਓ, ਵੈਰੀ ਇੰਪੋਰਟੈਂਟ। ਜਿਵੇਂ ਆਪਾਂ ਕਹਿੰਦੇ ਹਾਂ ਸਟੈਚੂਟਰੀ ਬੋਡੀਜ਼ ਉਹ ਬੋਡੀਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਸਾਡੇ ਪਾਰਲੀਮੈਂਟ ਦੇ ਕਿਸੇ ਨਾ ਕਿਸੇ ਕਾਨੂੰਨ ਦੇ ਤਹਿਤ ਬਣਾਇਆ ਗਿਆ ਹੋਵੇ। ਠੀਕ ਹੈ ਜੀ, ਮਤਲਬ ਉਹ ਕਾਨੂੰਨ ਪਾਰਲੀਮੈਂਟ ਨੇ, ਸਾਡੀ ਸੰਸਦ ਨੇ ਪਾਸ ਕੀਤਾ, ਤੇ ਉਸ ਕਾਨੂੰਨ ਦੇ ਅੰਡਰ ਇਹ ਬੋਡੀ ਬਣੀ ਆ। ਉਹਨਾਂ ਬੋਡੀਜ਼ ਨੂੰ ਅਸੀਂ ਸਟੈਚੂਟਰੀ ਜਾਂ ਵਿਧਾਨਕ ਬੋਡੀਆਂ ਕਹਿ ਦਿੰਦੇ ਆ, ਵਿਧਾਨਕ ਸੰਸਥਾਵਾਂ ਕਹਿ ਦਿੰਦੇ ਆ। ਤੇ ਕਿਹੜੇ ਐਕਟ ਦੇ ਅੰਡਰ ਬਣੀ ਆ ਜੀ ਇਹ? ਇਟ ਵਾਜ਼ ਐਸਟੈਬਲਿਸ਼ਡ ਬਾਈ ਅਮੈਂਡਿੰਗ ਆਰਬੀਆਈ ਐਕਟ 1934। ਆਰਬੀਆਈ ਦਾ ਜਿਹੜਾ ਐਕਟ ਆ 1934, ਉਸ ਐਕਟ ਨੂੰ 2016 ਚ ਅਮੈਂਡ ਕੀਤਾ ਗਿਆ, ਤੇ ਇੱਕ ਨਵੀਂ ਬੋਡੀ ਮੋਨਿਟਰੀ ਪੋਲਿਸੀ ਕਮੇਟੀ ਬਣਾਈ ਗਈ, ਜਿਹਦਾ ਕੰਮ ਆ ਮੋਨਿਟਰੀ ਪੋਲਿਸੀ ਦੇ ਰਿਗਾਰਡਿੰਗ ਸੈਂਟਰਲ ਬੈਂਕ ਨੂੰ ਐਡਵਾਈਜ਼ ਕਰਨਾ ਜਾਂ ਕੁਝ ਡਿਸੀਜਨਸ ਲੈਣੇ। ਠੀਕ ਹੈ ਜੀ, ਮੋਨਿਟਰੀ ਪੋਲਿਸੀ ਕੀ ਹੁੰਦੀ ਆ ਉਹਦੇ ਬਾਰੇ ਵੀ ਗੱਲ ਕਰਾਂਗੇ। ਇਹ ਸਿਰਫ ਮੋਨਿਟਰੀ ਪੋਲਿਸੀ ਕਮੇਟੀ ਬਾਰੇ ਸੀ ਵੀ 6 ਮੈਂਬਰੀ ਬੋਡੀ ਹੈ ਇਹ। ਠੀਕ ਹੈ ਜੀ, ਤੇ ਫਿਰ ਆਪਾਂ ਇਹਦੀ ਗੱਲ ਕਰੀਏ, ਜਿੱਦਾਂ ਮੋਨਿਟਰੀ ਪੋਲਿਸੀ ਕਮੇਟੀ ਆ ਕਰਦੀ ਕੀ ਹੈ ਜੀ, ਇਹ ਕਹਿੰਦੇ ਫਿਕਸ ਦ ਬੈਂਚਮਾਰਕ ਇੰਟਰਸਟ ਰੇਟਸ ਆਫ ਦਾ ਆਰਬੀਆਈ। ਇਹਦੀ ਕੰਪੋਜੀਸ਼ਨ ਹੋ ਗਈ 6 ਮੈਂਬਰਾਂ ਦੀ ਹੋ ਗਈ, 3 ਮੈਂਬਰ ਉਧਰੋਂ ਨੇ, 3 ਉਧਰੋਂ ਨੂੰ ਵੀ ਕਰ ਲੈਂਦੇ ਆ। ਹੁਣ ਆਪਾਂ ਗੱਲ ਕਰੀਏ ਕੰਪੋਜੀਸ਼ਨ ਦੀ। ਜਿਵੇਂ ਤੁਹਾਨੂੰ ਦੱਸਿਆ ਵੀ ਇਹਦੇ ਚ ਟੋਟਲ 6 ਮੈਂਬਰ ਨੇ, 6ਾਂ ਦੇ ਵਿੱਚੋਂ ਜਿਹੜੇ 3 ਮੈਂਬਰ ਨੇ ਉਹ ਆਰਬੀਆਈ ਵੱਲੋਂ ਹੁੰਦੇ ਨੇ, ਬਾਕੀ ਦੇ ਜਿਹੜੇ 3 ਮੈਂਬਰ ਨੇ ਉਹ ਸੈਂਟਰਲ ਗਵਰਨਮੈਂਟ ਦੇ ਵੱਲੋਂ ਹੁੰਦੇ ਨੇ। ਠੀਕ ਹੈ ਜੀ, ਜਿਹੜੇ ਆਰਬੀਆਈ ਦੇ 3 ਮੈਂਬਰ ਨੇ ਉਹਨਾਂ ਚੋਂ ਸਭ ਤੋਂ ਪਹਿਲਾਂ ਤਾਂ ਜੋ ਸਾਡਾ ਆਰਬੀਆਈ ਦਾ ਗਵਰਨਰ ਹੈ, ਜਿਹੜਾ ਸਾਡਾ ਪ੍ਰੈਜ਼ੈਂਟ ਗਵਰਨਰ ਹੈ, ਤੁਸੀਂ ਉਹਦਾ ਨਾਮ ਦੱਸੋ ਕੌਣ ਹੈ? ਤੇ ਵੈਸੇ ਬਹੁਤ ਸੌਖਾ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ, ਬਟ ਫਿਰ ਵੀ ਚਲੋ ਕੋਈ ਨਹੀਂ, ਨਾਮ ਦੱਸ ਦਿਓ। ਜਿਹੜਾ ਆਰਬੀਆਈ ਦਾ ਗਵਰਨਰ ਹੈ ਉਹ ਇਹਦਾ ਐਕਸ ਆਫੀਸ਼ੀਓ ਚੇਅਰਮੈਨ ਹੁੰਦਾ। ਠੀਕ ਹੈ ਜੀ, ਯਾਦ ਰੱਖਿਓ ਵੀ ਆਰਬੀਆਈ ਦਾ ਜੋ ਕਰੰਟ ਗਵਰਨਰ ਹੁੰਦਾ ਉਹ ਮੋਨਿਟਰੀ ਪੋਲਿਸੀ ਕਮੇਟੀ ਦਾ ਚੇਅਰਮੈਨ ਵੀ ਐਕਟ ਕਰਦਾ। ਸੈਕੰਡ, ਆਰਬੀਆਈ ਦਾ ਇੱਕ ਡਿਪਟੀ ਗਵਰਨਰ ਜਿਹੜਾ ਮੋਨਿਟਰੀ ਪੋਲਿਸੀ ਕਮੇਟੀ ਨੂੰ ਹੈਡ ਕਰਦਾ। ਮੋਨਿਟਰੀ ਪੋਲਿਸੀ ਕਮੇਟੀ ਦੇ ਵਿੱਚ ਜੋ ਪਾਰਟਿਸਿਪੇਟ ਕਰਦਾ, ਇੱਕ ਉਹਨਾਂ ਦਾ ਡਿਪਟੀ ਗਵਰਨਰ ਹੋ ਗਿਆ, ਇੱਕ ਗਵਰਨਰ ਹੋ ਗਿਆ। ਤੀਸਰਾ, ਇੱਕ ਆਫੀਸਰ ਹੁੰਦਾ ਸੈਂਟਰਲ ਗਵਰਨਮੈਂਟ ਵੱਲੋਂ, ਜੋ ਸੈਂਟਰਲ ਬੈਂਕ ਵੱਲੋਂ ਜਿਹਨੂੰ ਅਪਾਇੰਟ ਕੀਤਾ ਜਾਂਦਾ। ਠੀਕ ਹੈ ਜੀ, 3 ਮੈਂਬਰ ਹੋ ਗਏ। ਆਰਬੀਆਈ ਦਾ ਗਵਰਨਰ ਜੋ ਐਕਸ ਆਫੀਸ਼ੀਓ ਚੇਅਰਪਰਸਨ ਹੁੰਦਾ, 1 ਆਰਬੀਆਈ ਦਾ ਡਿਪਟੀ ਗਵਰਨਰ, ਅਨਦਰ ਆਫੀਸਰ ਆਫ ਦਾ ਬੈਂਕ, ਸੈਂਟਰਲ ਬੈਂਕ ਦਾ ਇੱਕ ਆਫੀਸਰ। ਇਹ 3 ਮੈਂਬਰ ਹੋ ਗਏ ਆਰਬੀਆਈ ਵੱਲੋਂ, ਪਲੱਸ ਜਿਹੜੇ 3 ਮੈਂਬਰ ਰਹਿ ਗਏ ਉਹਨਾਂ ਨੂੰ ਸੈਂਟਰਲ ਗਵਰਨਮੈਂਟ ਅਪਾਇੰਟ ਕਰਦੀ ਆ ਫॉर ਅ ਟਰਮ ਆਫ 4 ਇਅਰਸ। ਧਿਆਨ ਰੱਖਿਓ, ਜਿਹੜੇ 3 ਮੈਂਬਰ ਸੈਂਟਰਲ ਗਵਰਨਮੈਂਟ ਅਪਾਇੰਟ ਕਰਦੀ ਆ ਉਹਨਾਂ ਦੀ ਜਿਹੜੀ ਟਰਮ ਆ ਉਹ 4 ਸਾਲਾਂ ਦੀ ਆ, ਤੇ ਜਿਹੜੇ ਆਰਬੀਆਈ ਦੇ ਮੈਂਬਰਸ ਨੇ ਉਹਨਾਂ ਦੀ ਟਰਮ ਹੈਗੀ ਆ 5 ਸਾਲਾਂ ਦੀ। ਠੀਕ ਹੈ ਜੀ, ਤੇ ਜਿਹੜੀ ਇੱਥੇ ਟਰਮ ਆਈ ਨਾ ਐਕਸ ਆਫੀਸ਼ੀਓ, ਇਹਦਾ ਕੀ ਮਤਲਬ? ਇਹਦਾ ਮਤਲਬ ਹੁੰਦਾ ਵੀ ਮੈਂ ਕੋਈ ਆਫਿਸ ਹੋਲਡ ਕਰ ਰਿਹਾ, ਉਸ ਆਫਿਸ ਨੂੰ ਹੋਲਡ ਕਰਨ ਦੇ ਬੇਸਿਸ ਤੇ ਹੀ ਮੈਨੂੰ ਕੋਈ ਹੋਰ ਰਿਸਪੌਂਸਿਬਿਲਿਟੀ ਦਿੱਤੀ ਜਾ ਰਹੀ ਹੈ। ਇਹ ਹੁੰਦਾ ਐਕਸ ਆਫੀਸ਼ੀਓ, ਮਤਲਬ ਬਾਈ ਵਰਚੂ ਆਫ ਵਨਸ ਆਫਿਸ। ਜਿਹੜਾ ਆਫਿਸ, ਜਿਹੜੀ ਪੋਜੀਸ਼ਨ ਤੇ ਮੈਂ ਬੈਠਾ, ਉਸ ਪੋਜੀਸ਼ਨ ਕਰਕੇ ਮੈਨੂੰ ਕੋਈ ਐਡੀਸ਼ਨਲ ਇੱਕ ਰਿਸਪੌਂਸਿਬਿਲਿਟੀ ਦਿੱਤੀ ਗਈ ਆ, ਦੈਟ ਇਜ਼ ਨੋਨ ਐਜ਼ ਐਕਸ ਆਫੀਸ਼ੀਓ। ਤੇ ਜਿਹੜਾ ਸਾਡਾ ਆਰਬੀਆਈ ਦਾ ਗਵਰਨਰ ਆ ਉਹ ਹੋਲਡ ਕਰ ਰਿਹਾ ਗਵਰਨਰ ਦਾ ਆਫਿਸ। ਬੀਇੰਗ ਦ ਗਵਰਨਰ ਆਫ ਆਰਬੀਆਈ, ਉਹਨੂੰ ਐਕਸ ਆਫੀਸ਼ੀਓ ਚੇਅਰਪਰਸਨ ਆਫ ਮੋਨਿਟਰੀ ਪੋਲਿਸੀ ਕਮੇਟੀ ਨਿਯੁਕਤ ਕੀਤਾ ਜਾਂਦਾ। ਠੀਕ ਹੈ ਜੀ, ਇਹ ਹੈ ਐਕਸ ਆਫੀਸ਼ੀਓ ਦਾ ਮਤਲਬ। ਇਹਦੀ ਕੰਪੋਜੀਸ਼ਨ ਹੋ ਗਈ। ਤੇ ਹੁਣ ਆਪਾਂ ਗੱਲ ਕਰਾਂਗੇ ਮੋਨਿਟਰੀ ਪੋਲਿਸੀ ਕਮੇਟੀ ਦੇ ਕੰਮ ਕੀ ਨੇ, ਫੰਕਸ਼ਨਸ ਕੀ ਨੇ, ਆਪਾਂ ਇਹਨੂੰ ਕਿਉਂ ਕਨਸਟੀਟਿਊਟ ਕਰਦੇ ਹਾਂ। ਮੇਨ ਟਾਸਕ ਆਫ ਐਮਪੀਸੀ ਇਜ਼ ਟੂ ਇਨਸ਼ੋਰ ਪ੍ਰਾਈਸ ਸਟੇਬਿਲਿਟੀ, ਮਤਲਬ ਜੋ ਸਾਡੇ ਮਾਰਕੀਟ ਦੇ ਵਿੱਚ ਸਾਡੀਆਂ ਗੁੱਡਸ ਨੇ, ਸਰਵਿਸਿਜ਼ ਨੇ, ਜਿਹੜੇ ਉਹਨਾਂ ਦੇ ਪ੍ਰਾਈਸ ਨੇ ਨਾ,
ਉਹਨਾਂ ਪ੍ਰਾਈਸਿਸ ਨੂੰ ਇੱਕ ਸਟੇਬਿਲਿਟੀ ਪ੍ਰੋਵਾਈਡ ਕਰਨੀ, ਤਾਂ ਕਿ ਉਹਨਾਂ 'ਚ ਜ਼ਿਆਦਾ ਕਹਿ ਲਓ ਵੀ ਨਾ ਦਾ ਪ੍ਰਾਈਸ ਜ਼ਿਆਦਾ ਵਧਣ ਤੇ ਨਾ ਹੀ ਜ਼ਿਆਦਾ ਪ੍ਰਾਈਸ ਘਟਣ, ਉਹ ਇੱਕ ਜਿਵੇਂ ਕਹਿ ਲਓ ਸਟੇਬਲ ਫਾਰਮ ਦੇ ਵਿੱਚ ਚੱਲਣ। ਉਸ ਚੀਜ਼ ਨੂੰ ਇਨਸ਼ੋਰ ਕਰਨਾ ਆਰਬੀਆਈ ਮੋਨਿਟਰੀ ਪਾਲਿਸੀ ਕਮੇਟੀ ਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਹੈ। ਤੇ ਇਸੇ ਚੀਜ਼ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਟੂ ਕੰਟਰੋਲ ਇਨਫਲੇਸ਼ਨ। ਠੀਕ ਹੈ ਜੀ, ਮਤਲਬ ਜੇ ਤੁਹਾਨੂੰ ਕਿਹਾ ਜਾਵੇ ਕਿ ਮੋਨਿਟਰੀ ਪਾਲਿਸੀ ਕਮੇਟੀ ਦਾ ਜਿਹੜਾ ਮੇਨ ਫੰਕਸ਼ਨ ਹੈ ਦੈਟ ਇਜ਼ ਟੂ ਕੰਟਰੋਲ ਇਨਫਲੇਸ਼ਨ। ਠੀਕ ਹੈ ਜੀ, ਕਿਉਂ ਜੇ ਇਨਫਲੇਸ਼ਨ ਨੂੰ ਕੰਟਰੋਲ ਕਰ ਲਿਆ ਤਾਂ ਪ੍ਰਾਈਸ ਵੋਲੇਟਿਲਿਟੀ ਹੈ ਜਿਹੜੀ ਉਹ ਘਟ ਜੂਗੀ ਜਾਂ ਪ੍ਰਾਈਸ ਸਟੇਬਿਲਿਟੀ ਇਨਸ਼ੋਰ ਹੋ ਜੂਗੀ। ਠੀਕ ਹੈ ਜੀ, ਇਨਫਲੇਸ਼ਨ ਦਾ ਮਤਲਬ ਹੁੰਦਾ ਚੀਜ਼ਾਂ ਦੇ ਭਾਅ ਵਧਣੇ, ਜਦੋਂ ਉਹਨਾਂ ਭਾਵਾਂ ਨੂੰ ਵਧਣ ਤੋਂ ਰੋਕ ਲਿਆ ਦੈਟ ਮੀਨਸ ਪ੍ਰਾਈਸ ਨੂੰ ਸਟੇਬਲ ਕਰਤਾ। ਤੇ ਇਹ ਰਿਸਪੌਂਸਿਬਿਲਿਟੀ ਹੈ ਮੋਨਿਟਰੀ ਪਾਲਿਸੀ ਕਮੇਟੀ ਦੀ। ਤੇ ਇਹਨੂੰ ਕਰਦਾ ਕਿਵੇਂ ਆ ਮੋਨਿਟਰੀ ਪਾਲਿਸੀ ਕਮੇਟੀ, ਇਸ ਚੀਜ਼ ਨੂੰ ਕਿਵੇਂ ਇਨਸ਼ੋਰ ਕਰਦੀ ਆ, ਇਨਫਲੇਸ਼ਨ ਨੂੰ ਅੰਡਰ ਕੰਟਰੋਲ ਕਿਵੇਂ ਰੱਖਦੀ ਆ। ਉਹਦੇ ਲਈ ਕੁਝ ਮੋਨਿਟਰੀ ਪਾਲਿਸੀ ਦੇ ਕੁਝ ਟੂਲਸ ਹੁੰਦੇ ਨੇ, ਕਹਿ ਲਓ ਵੀ ਸਾਧਨ ਨੇ, ਕੁਝ ਤਰੀਕੇ ਨੇ ਜਿਨ੍ਹਾਂ ਤਰੀਕਿਆਂ ਦੇ ਥਰੂ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾਂਦਾ। ਉਹ ਕਿਹੜੇ ਕਿਹੜੇ ਨੇ? ਫॉर ਦਿਸ ਐਮਪੀਸੀ ਇਜ਼ ਗਿਵਨ ਅ ਪਹਿਲੀ ਗੱਲ, ਉਹਦੇ ਲਈ ਇੱਕ ਟਾਰਗੇਟ ਸੈੱਟ ਕੀਤਾ ਜਾਂਦਾ ਵੀ ਇਨਫਲੇਸ਼ਨ ਦਾ ਇੰਨਾ ਟਾਰਗੇਟ ਤੁਸੀਂ ਰੱਖਣਾ। ਇਹ ਟਾਰਗੇਟ ਕੌਣ ਰੱਖਦਾ ਜੀ? ਇਹ ਰੱਖਦਾ ਸੈਂਟਰਲ ਗਵਰਨਮੈਂਟ। ਵੈਰੀ ਇੰਪੋਰਟੈਂਟ, ਜਿਹੜੀ ਸਾਡੀ ਸੈਂਟਰਲ ਗਵਰਨਮੈਂਟ ਆ ਉਹ ਮੋਨਿਟਰੀ ਪਾਲਿਸੀ ਕਮੇਟੀ ਨੂੰ ਇੱਕ ਟਾਰਗੇਟ ਦੇ ਦਿੰਦੀ ਹੈ ਵੀ ਤੁਸੀਂ ਜੋ ਚੀਜ਼ਾਂ ਨੇ ਜਾਂ ਸਾਡੀਆਂ ਗੁੱਡਸ ਨੇ ਜਾਂ ਸਰਵਿਸਿਜ਼ ਨੇ ਉਹਨਾਂ ਦੇ ਜਿਹੜੇ ਪ੍ਰਾਈਸ ਨੇ ਨਾ, ਉਹਨਾਂ ਦੇ ਵਿੱਚ ਜਿਹੜਾ ਇਨਕਰੀਮੈਂਟ ਹੋਣਾ, ਜਿਹੜੀ ਇਨਫਲੇਸ਼ਨ ਹੋਣੀ ਆ, ਉਹਦੀ ਇੱਕ ਰੇਂਜ ਹੋਣੀ ਚਾਹੀਦੀ ਆ। ਉਹਦਾ ਇੱਕ ਟਾਰਗੇਟ ਰੱਖਿਆ ਵੀ 4%। ਮਤਲਬ ਅੱਜ ਕਿਸੇ ਚੀਜ਼ ਦਾ ਭਾਅ 100 ਰੁਪਏ ਆ ਤੇ ਗਵਰਨਮੈਂਟ ਨੇ ਕਹਿਤਾ ਵੀ ਇਹਦਾ ਜੋ ਇਨਫਲੇਸ਼ਨ ਆ ਨਾ ਇਸ ਪ੍ਰੋਡਕਟ ਦੀ, ਉਹ ਵੱਧ ਤੋਂ ਵੱਧ 4% ਹੋ ਸਕਦੀ ਆ। ਤੇ ਇਹ 4% ਤੋਂ ਜੇ ਜ਼ਿਆਦਾ ਜਾਂਦੀ ਆ ਜਾਂ 4% ਤੋਂ ਘੱਟ ਹੁੰਦੀ ਆ, ਉਸ ਚੀਜ਼ ਨੂੰ ਇਨਸ਼ੋਰ ਕਰਨਾ ਵੀ ਉਹਦਾ ਪ੍ਰਾਈਸ 4% ਤੋਂ ਜ਼ਿਆਦਾ ਨਾ ਵਧੇ, ਉਹ ਰਿਸਪੌਂਸਿਬਿਲਿਟੀ ਆ ਮੋਨਿਟਰੀ ਪਾਲਿਸੀ ਕਮੇਟੀ ਦੀ। ਮਤਲਬ ਜੇ 100 ਰੁਪਈਆ ਤਾਂ ਉਹ ਵੱਧ ਤੋਂ ਵੱਧ 104 ਰੁਪਏ ਹੋ ਸਕਦਾ। ਠੀਕ ਹੈ ਜੀ, ਕਿਉਂਕਿ ਉਹਨੂੰ 4% ਦੀ ਇੱਕ ਟਾਰਗੇਟ ਦਿੱਤਾ ਹੋਇਆ ਵੀ ਇਸ ਤੋਂ ਜ਼ਿਆਦਾ ਨਹੀਂ ਵਧਣਾ ਚਾਹੀਦਾ। ਟਾਰਗੇਟ ਜੋ ਰੱਖਿਆ ਉਸ ਟਾਰਗੇਟ ਦੇ ਵਿਦਨ ਉਹ ਇਨਫਲੇਸ਼ਨ ਦੀ ਰੇਂਜ ਹੋਣੀ ਚਾਹੀਦੀ ਆ। ਦ ਕਰੰਟ ਇਨਫਲੇਸ਼ਨ ਟਾਰਗੇਟ ਜੋ ਹੈ ਉਹ ਹੈ 4%, ਪਲੱਸ ਇਹਦੇ 'ਚ 2% ਜ਼ਿਆਦਾ ਜਾਂ 2% ਘੱਟ ਵੀ ਹੋ ਸਕਦਾ। ਮਤਲਬ 2 ਤੋਂ ਲੈ ਕੇ 6% ਕਹਿ ਸਕਦੇ ਹਾਂ ਆਪਾਂ। ਠੀਕ ਹੈ ਜੀ, ਵੀ ਕੋਈ ਵੀ ਪ੍ਰੋਡਕਟ ਆ, ਕੋਈ ਚਾਹੇ ਗੁੱਡਸ ਆ ਚਾਹੇ ਸਰਵਿਸਿਜ਼ ਨੇ, ਉਹਨਾਂ ਦਾ ਜਿਹੜਾ ਉਹਨਾਂ ਦੇ ਪ੍ਰਾਈਸ ਦੇ ਵਿੱਚ ਜਿਹੜੀ ਇਨਫਲੇਸ਼ਨ ਦੀ ਮੋਨਿਟਰੀ ਪਾਲਿਸੀ ਕਮੇਟੀ ਕੋਲ ਇੱਕ ਰੇਂਜ ਆ ਨਾ, ਉਹ 2% ਤੋਂ 6% ਆ। ਮਤਲਬ ਕਿ 100 ਰੁਪਏ ਵਾਲੀ ਚੀਜ਼ ਜਾਂ ਤਾਂ 102 ਰੁਪਏ ਦੀ ਹੋ ਸਕਦੀ ਹੈ ਜਾਂ 102 ਤੋਂ ਲੈ ਕੇ 106 ਦੇ ਵਿੱਚ ਹੋ ਸਕਦੀ ਹੈ। ਜੇ 106 ਤੋਂ ਉੱਪਰ ਚਲੀ ਗਈ ਤਾਂ ਉਹ ਮੋਨਿਟਰੀ ਪਾਲਿਸੀ ਕਮੇਟੀ ਦੇ ਕਹਿ ਲਓ ਵੀ ਉਹਨਾਂ ਦਾ ਫੇਲੀਅਰ ਮੰਨਿਆ ਜਾਊ। ਠੀਕ ਹੈ ਜੀ, ਮਤਲਬ ਇਹ ਹੈ ਇਨਫਲੇਸ਼ਨ ਟਾਰਗੇਟਿੰਗ। ਉਹਨਾਂ ਨੂੰ ਇੱਕ ਟਾਰਗੇਟ ਦਿੱਤਾ, ਇੱਕ ਰੇਂਜ ਪ੍ਰੋਵਾਈਡ ਕਰਤੀ ਤੇ ਮੋਨਿਟਰੀ ਪਾਲਿਸੀ ਕਮੇਟੀ ਨੇ ਇਨਸ਼ੋਰ ਕਰਨਾ ਕਿ ਜਿਹੜੀਆਂ ਗੁੱਡਸ ਨੇ, ਜਿਹੜੀਆਂ ਸਰਵਿਸਿਜ਼ ਨੇ, ਉਹਨਾਂ ਦਾ ਜਿਹੜਾ ਪ੍ਰਾਈਸ ਹੈ ਉਸ ਰੇਂਜ ਦੇ ਵਿੱਚ ਹੀ ਰਵੇ। ਪ੍ਰਾਈਸ ਦੇ ਵਿੱਚ ਜਿਹੜਾ ਇਨਕਰੀਜ਼ ਹੋਣਾ ਉਸ ਰੇਂਜ ਦੇ ਵਿੱਚ ਰਵੇ। ਠੀਕ ਹੈ ਜੀ, ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕਿਵੇਂ ਕੰਟਰੋਲ ਕਿਵੇਂ ਕਰਦੇ ਆ, ਹਾਊ ਟੂ ਕੰਟਰੋਲ ਇਨਫਲੇਸ਼ਨ ਔਰ ਟੂਲਸ ਟੂ ਕੰਟਰੋਲ ਇਨਫਲੇਸ਼ਨ। ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ ਮੰਥਨਪ੍ਰੀਤ ਸਿੰਘ, ਹਾਂਜੀ ਸ਼ਕਤੀਕਾਂਤ ਦਾਸ, ਠੀਕ ਹੈ ਜੀ, ਵੈਰੀ ਗੁੱਡ ਜੀ, ਸਹੀ ਆਨਸਰ ਕੀਤਾ ਮਨਦੀਪ ਸਿੰਘ ਨੇ ਵੀ ਤੇ ਮੰਥਨਪ੍ਰੀਤ ਜੀ ਨੇ ਵੀ। ਤੇ ਇਨਫਲੇਸ਼ਨ ਟਾਰਗੇਟਿੰਗ ਹੋ ਗਿਆ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕੰਟਰੋਲ ਕਿਵੇਂ ਕਰਦੀ ਆ ਮੋਨਿਟਰੀ ਪਾਲਿਸੀ ਕਮੇਟੀ, ਇਨਫਲੇਸ਼ਨ ਨੂੰ ਕੰਟਰੋਲ ਕਿਵੇਂ ਕਰਦੀ ਆ, ਉਹਦੇ ਕੋਲ ਕਿਹੜੇ ਕਿਹੜੇ ਇਦਾਂ ਦੇ ਟੂਲਸ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ। ਸਭ ਤੋਂ ਪਹਿਲੀ ਗੱਲ, ਇਟ ਇਜ਼ ਮੇਨਲੀ ਡਨ ਬਾਈ ਸੈਟਿੰਗ ਦ ਪਾਲਿਸੀ ਰੇਟਸ ਔਰ ਬੈਂਚਮਾਰਕ ਰੇਟਸ। ਠੀਕ ਹੈ ਜੀ, ਪਾਲਿਸੀ ਰੇਟਸ ਹੁੰਦੇ ਨੇ, ਇਹ ਨਾ ਕਈ ਤਰ੍ਹਾਂ ਦੇ ਰੇਟਸ ਨੇ ਜੋ ਜਦੋਂ ਆਪਾਂ ਇਕਨੋਮੀ ਦੀਆਂ ਕਲਾਸਿਸ ਕਰਾਂਗੇ ਉਹਨਾਂ ਦੇ ਵਿੱਚ ਆਪਾਂ ਡਿਟੇਲ ਸਭ ਕੁਝ ਡਿਸਕਸ ਕਰਾਂਗੇ। ਬਟ ਹੁਣ ਤੁਹਾਨੂੰ ਉਹਨਾਂ ਦਾ ਇੱਕ ਆਈਡੀਆ, ਇੱਕ ਵੇਗ ਆਈਡੀਆ ਦੇਣ ਦੇ ਲਈ ਚਲੋ ਮੈਂ ਆਪਾਂ ਇੱਥੇ ਉਹਨਾਂ ਬਾਰੇ ਥੋੜਾ ਜਿਹਾ ਡਿਸਕਸ਼ਨ ਕਰਾਂਗੇ, ਬਰੀਫ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਉਹ ਕੀ ਹੁੰਦੇ ਨੇ ਤੇ ਪਾਲਿਸੀ ਰੇਟ ਕੀ ਆ ਤੇ ਉਹਦੇ ਅੰਡਰ ਕਿਹੜੇ ਕਿਹੜੇ ਰੇਟਸ ਆਉਂਦੇ ਨੇ ਜਿਨ੍ਹਾਂ ਨੂੰ ਘਟਾ ਵਧਾ ਕੇ ਆਰਬੀਆਈ ਇਨਫਲੇਸ਼ਨ ਨੂੰ ਕੰਟਰੋਲ 'ਚ ਰੱਖਦੀ ਆ। ਠੀਕ ਹੈ ਜੀ, ਸਭ ਤੋਂ ਪਹਿਲਾ ਤੇ ਸਭ ਤੋਂ ਇੰਪੋਰਟੈਂਟ ਜਿਹੜਾ ਰੇਟ ਹੈ ਜੀ ਉਹ ਹੈ ਰੈਪੋ ਰੇਟ। ਰੈਪੋ ਰੇਟ ਕੀ ਹੁੰਦਾ? ਰੈਪੋ ਰੇਟ ਨੂੰ ਆਪਾਂ ਰੀਪਰਚੇਜ਼ ਓਬਲੀਗੇਸ਼ਨ ਕਹਿ ਦਿੰਦੇ ਆ। ਮਤਲਬ ਜਿਹੜੇ ਰੇਟ ਦੇ ਉੱਪਰ, ਜਿਹੜੇ ਵਿਆਜ ਦੇ ਉੱਪਰ ਸਾਡੀਆਂ ਜਿਹੜੀਆਂ ਕਮਰਸ਼ੀਅਲ ਬੈਂਕਸ ਨੇ ਉਹਨਾਂ ਨੂੰ ਸੈਂਟਰਲ ਬੈਂਕ ਤੋਂ, ਸਾਡੀ ਆਰਬੀਆਈ ਤੋਂ ਪੈਸਾ ਮਿਲਣਾ। ਮਤਲਬ ਕਿਸੇ ਕਮਰਸ਼ੀਅਲ ਬੈਂਕ ਨੂੰ 100 ਰੁਪਈਆ ਚਾਹੀਦਾ ਆਰਬੀਆਈ ਤੋਂ, ਤਾਂ ਉਹਦੇ ਲਈ ਕੋਈ ਰੇਟ ਫਿਕਸ ਕੀਤਾ ਹੋਊ ਨਾ, ਕਿ ਉਹਦੇ ਲਈ ਕੁਛ ਨਾ ਕੁਛ ਉਹਨਾਂ ਨੂੰ ਵਿਆਜ ਦੇਣਾ ਪਊ। ਉਹ ਜਿਹੜਾ ਵਿਆਜ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਰੈਪੋ ਰੇਟ। ਤੇ ਇਹ ਸ਼ਾਰਟ ਟਰਮ ਲੈਂਡਿੰਗ ਹੁੰਦੀ ਹੈ ਜੀ, ਮਤਲਬ ਮੈਕਸਿਮਮ ਇੱਕ ਸਾਲ ਦੇ ਪੀਰੀਅਡ ਲਈ ਹੁੰਦੀ ਹੈ। 1 ਸਾਲ ਤੋਂ ਜ਼ਿਆਦਾ ਇਹ ਲੈਂਡਿੰਗ ਨਹੀਂ ਹੋ ਸਕਦੀ। ਠੀਕ ਹੈ, ਜਿਹੜੀ 1 ਸਾਲ ਦੇ ਵਿਚਲੀ ਲੈਂਡਿੰਗ ਹੁੰਦੀ ਉਹਨੂੰ ਆਪਾਂ ਕਹਿੰਦੇ ਆ ਸ਼ਾਰਟ ਟਰਮ ਲੈਂਡਿੰਗਸ। ਜੇ ਮੈਂ ਕਿਸੇ ਤੋਂ
ਪੈਸੇ ਉਧਾਰ ਲੈ ਰਿਹਾ ਜਾਂ ਕਿਸੇ ਨੂੰ ਪੈਸੇ ਉਧਾਰ ਦੇ ਰਿਹਾ ਤੇ ਮੈਂ ਉਹਨੂੰ ਕਹਿ ਰਿਹਾ ਕਿ ਤੁਸੀਂ ਮੈਨੂੰ 1 ਸਾਲ ਦੇ ਵਿੱਚ ਮੈਨੂੰ ਪੈਸੇ ਵਾਪਸ ਕਰਨੇ ਨੇ, ਇਹ ਦੈਟ ਮੀਨਸ ਮੈਂ ਉਹਨੂੰ ਸ਼ਾਰਟ ਟਰਮ ਲੈਂਡਿੰਗ ਕਰ ਰਿਹਾ। ਜੇ 1 ਸਾਲ ਤੋਂ ਜ਼ਿਆਦਾ ਹੋ ਜੂ ਤਾਂ ਉਹ ਲੌਂਗ ਟਰਮ ਲੈਂਡਿੰਗ ਹੋ ਜੂ। ਤੇ ਜਿਹੜਾ ਰੈਪੋ ਰੇਟ ਹੈ ਇਹ ਸ਼ਾਰਟ ਟਰਮ ਲੈਂਡਿੰਗਸ ਦੇ ਨਾਲ ਕੰਸਰਨਡ ਹੈ। ਜਦੋਂ ਕਮਰਸ਼ੀਅਲ ਬੈਂਕਸ ਨੂੰ ਸ਼ਾਰਟ ਟਰਮ ਦੇ ਲਈ ਆਰਬੀਆਈ ਤੋਂ ਪੈਸਾ ਚਾਹੀਦਾ, ਜਿਹੜੇ ਵਿਆਜ ਦੇ ਉੱਪਰ ਉਹ ਪੈਸਾ ਉਹਨਾਂ ਨੂੰ ਸੈਂਟਰਲ ਬੈਂਕ ਤੋਂ ਮਿਲ ਰਿਹਾ ਉਸ ਵਿਆਜ ਨੂੰ ਅਸੀਂ ਕਹਿੰਦੇ ਆ ਰੈਪੋ ਰੇਟ। ਇਹਦੇ ਲਈ ਕੁਝ ਹੋਰ ਵੀ ਰਿਕੁਆਇਰਮੈਂਟਸ ਹੁੰਦੀਆਂ ਨੇ ਵੀ ਇਹਨਾਂ ਕੋਲੇ ਗਵਰਨਮੈਂਟ ਸਿਕਿਉਰਿਟੀਜ਼ ਹੋਣੀਆਂ ਚਾਹੀਦੀਆਂ ਨੇ, ਉਹ ਆਰਬੀਆਈ ਕੋਲੇ ਰੱਖਦੇ ਨੇ, ਉਹਨਾਂ ਦੇ ਆਧਾਰ ਤੇ ਉਹਨਾਂ ਨੂੰ ਪੈਸਾ ਮਿਲਦਾ, ਉਹ ਸਿਕਿਉਰਿਟੀਜ਼ ਨੂੰ ਫਿਰ ਉਹਨਾਂ ਨੇ ਵਾਪਸ ਵੀ ਲੈਣਾ ਹੁੰਦਾ। ਦੈਟਸ ਵਾਈ ਇਹਨੂੰ ਆਪਾਂ ਰੀਪਰਚੇਜ਼ ਓਬਲੀਗੇਸ਼ਨ ਕਹਿੰਦੇ ਆ। ਉਹ ਸਭ ਚੀਜ਼ਾਂ ਡਿਟੇਲ 'ਚ ਆਪਾਂ ਇਕਨੋਮੀ ਦੀਆਂ ਕਲਾਸਿਸ ਦੇ ਵਿੱਚ ਕਵਰ ਕਰਾਂਗੇ, ਠੀਕ ਹੈ ਜੀ। ਇਹ ਹੋ ਗਿਆ ਰੈਪੋ ਰੇਟ। ਸੈਕੰਡ ਇਜ਼ ਰਿਵਰਸ ਰੈਪੋ ਰੇਟ। ਤੇ ਰਿਵਰਸ ਰੈਪੋ ਰੇਟ ਹੁੰਦਾ ਵੀ ਜਿਹੜੇ ਰੇਟ ਦੇ ਉੱਪਰ ਕਮਰਸ਼ੀਅਲ ਬੈਂਕਸ ਨੇ ਜਿਹੜੀਆਂ, ਜਦੋਂ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਕਮਰਸ਼ੀਅਲ ਬੈਂਕਸ ਨੂੰ ਹੀ ਪੈਸਾ ਚਾਹੀਦਾ ਹੋਵੇ, ਜ਼ਰੂਰੀ ਨਹੀਂ ਹੈ ਕਿ ਹਰ ਵਾਰ ਉਹਨਾਂ ਕੋਲੇ ਪੈਸੇ ਦੀ ਘਾਟ ਹੋਵੇ, ਕਈ ਵਾਰ ਇਹ ਵੀ ਹੋ ਸਕਦਾ ਉਹਨਾਂ ਕੋਲੇ ਜ਼ਿਆਦਾ ਡਿਪੋਜ਼ਿਟਸ ਆ ਗਏ, ਉਹਨਾਂ ਕੋਲੇ ਪੈਸਾ ਲੋੜ ਨਾਲੋਂ ਜ਼ਿਆਦਾ ਆ ਗਿਆ, ਤਾਂ ਉਸ ਟਾਈਮ ਤੇ ਉਹ ਜਿਹੜਾ ਵਾਧੂ ਪੈਸਾ ਉਹਨੂੰ ਸੈਂਟਰਲ ਬੈਂਕ ਕੋਲੇ ਵੀ ਜਮ੍ਹਾਂ ਕਰ ਸਕਦੇ ਨੇ, ਰੱਖ ਸਕਦੇ ਨੇ ਐਜ਼ ਅ ਡਿਪੋਜ਼ਿਟ, ਠੀਕ ਹੈ ਜੀ। ਤਾਂ ਉਸ ਟਾਈਮ ਤੇ ਉਹਨਾਂ ਨੂੰ ਜਿਹੜਾ ਸੈਂਟਰਲ ਬੈਂਕ ਤੋਂ ਵਿਆਜ ਮਿਲਣਾ, ਜਦੋਂ ਕਮਰਸ਼ੀਅਲ ਬੈਂਕ ਆਪਣਾ ਵਾਧੂ ਪੈਸਾ ਸੈਂਟਰਲ ਬੈਂਕ ਕੋਲੇ ਜਾਂ ਸਾਡੀ ਆਰਬੀਆਈ ਕੋਲੇ ਰੱਖਦੀ ਆ, ਉਸ ਪੈਸੇ ਦੇ ਉੱਪਰ ਜਿਹੜਾ ਉਹਨਾਂ ਨੂੰ ਵਿਆਜ ਮਿਲਣਾ ਉਹਨੂੰ ਕਹਿੰਦੇ ਆ ਰਿਵਰਸ ਰੈਪੋ ਰੇਟ, ਠੀਕ ਹੈ ਜੀ। ਦੈਨ ਲਿਕੁਇਡਿਟੀ ਐਡਜਸਟਮੈਂਟ ਫੈਸਿਲਿਟੀ। ਇਹ ਮਤਲਬ ਹੁੰਦਾ ਵੀ ਲਿਕੁਇਡਿਟੀ ਮਤਲਬ ਕਿ ਜਿਹੜਾ ਕਮਰਸ਼ੀਅਲ ਬੈਂਕਸ ਨੂੰ ਪੈਸਾ ਚਾਹੀਦਾ ਹੁੰਦਾ, ਪੈਸਾ ਜੇ ਉਹਨਾਂ ਨੇ ਕਹਿ ਲਓ ਵੀ ਪੈਸੇ ਗਾਹਾਂ ਜੇ ਲੋਕਾਂ ਨੇ ਡਿਪੋਜ਼ਿਟ ਕੀਤੇ ਨੇ ਤਾਂ ਉਹ ਵਿਦਡਰਾਅ ਵੀ ਕਰਨਗੇ, ਜੇ ਕੋਈ ਵਿਦਡਰਾਅ ਕਰ ਰਿਹਾ ਤਾਂ ਹੋ ਸਕਦਾ ਕਿਸੇ ਦੀਆਂ ਸੇਵਿੰਗਸ ਨੇ ਉਹ ਡਿਪੋਜ਼ਿਟ ਵੀ ਕਰਨਗੇ, ਤਾਂ ਉਹਨਾਂ ਨੂੰ ਨਾ ਇੱਕ ਮਿਨੀਮਮ ਇੱਕ ਅਮਾਊਂਟ ਆਫ ਲਿਕੁਇਡਿਟੀ ਰੱਖਣੀ ਹੁੰਦੀ ਆ। ਕਿਉਂਕਿ ਜੇ ਕਿਸੇ ਬੈਂਕ ਕੋਲੇ 100 ਰੁਪਈਆ ਕਿਸੇ ਨੇ ਡਿਪੋਜ਼ਿਟ ਕੀਤਾ ਤਾਂ ਉਹ ਜੇ ਸੇਵਿੰਗ ਅਕਾਊਂਟ ਦੇ ਵਿੱਚ ਆ ਤਾਂ ਕਦੋਂ ਵੀ ਕਢਵਾ ਸਕਦਾ ਉਹ, ਠੀਕ ਹੈ ਜੀ। ਬਟ ਜੇ ਉਸ ਟਾਈਮ ਬੈਂਕ ਕੋਲੇ ਪੈਸਾ ਨਹੀਂ ਹੈ ਤਾਂ ਉਹਨੂੰ ਪੈਸਾ ਲੈਣ ਦੇ ਲਈ ਆਰਬੀਆਈ ਕੋਲੇ ਜਾਣਾ ਪੈਣਾ। ਤੇ ਇੱਥੇ ਫਿਰ ਆਪਣੇ ਕੋਲ ਜਿਹੜੀ ਲਿਕੁਇਡਿਟੀ ਐਡਜਸਟਮੈਂਟ ਫੈਸਿਲਿਟੀ ਹੈ ਨਾ, ਇਹ ਦੋਨੋਂ ਜਿਵੇਂ ਆਪਾਂ ਪਹਿਲਾਂ ਰੈਪੋ ਰੇਟ ਤੇ ਰਿਵਰਸ ਰੈਪੋ ਰੇਟ ਦੀ ਗੱਲ ਕੀਤੀ ਆ, ਉਹਨਾਂ ਦੇ ਬੇਸਿਸ ਤੇ ਹੀ ਕੰਮ ਕਰਦੀ ਆ, ਠੀਕ ਹੈ। ਮਤਲਬ ਜੇ ਬੈਂਕਾਂ ਨੂੰ ਪੈਸਾ ਚਾਹੀਦਾ ਆਪਣੀ ਲਿਕੁਇਡਿਟੀ ਨੂੰ ਮੇਨਟੇਨ ਕਰਨ ਦੇ ਲਈ ਤਾਂ ਉਹ ਆਰਬੀਆਈ ਤੋਂ ਪੈਸਾ ਲੈ ਲੈਣਗੇ ਰੈਪੋ ਰੇਟ ਦੇ ਉੱਪਰ। ਜੇ ਉਹਨਾਂ ਕੋਲੇ ਪੈਸਾ ਜ਼ਿਆਦਾ ਆ ਗਿਆ ਤਾਂ ਉਹ ਆਰਬੀਆਈ ਕੋਲੇ ਪੈਸਾ ਰੱਖ ਦੇਣਗੇ ਰਿਵਰਸ ਰੈਪੋ ਰੇਟ ਦੇ ਉੱਪਰ, ਠੀਕ ਹੈ ਜੀ। ਮਤਲਬ ਇਹ ਕਹਿ ਸਕਦੇ ਜਿਹੜੀ ਲਿਕੁਇਡਿਟੀ ਐਡਜਸਟਮੈਂਟ ਫੈਸਿਲਿਟੀ ਆ ਇਹ ਕੰਮ ਕਰਦੀ ਆ ਥਰੂ ਰੈਪੋ ਰੇਟ ਐਂਡ ਰਿਵਰਸ ਰੈਪੋ ਰੇਟ। ਦੋ ਇਹਦੀਆਂ ਵਿੰਡੋਜ਼ ਮੰਨਦੇ ਆ, ਰੈਪੋ ਵਿੰਡੋ ਐਂਡ ਰਿਵਰਸ ਰੈਪੋ ਵਿੰਡੋ। ਉਹਨਾਂ ਦੇ ਬੇਸਿਸ ਤੇ ਲਿਕੁਇਡਿਟੀ ਐਡਜਸਟਮੈਂਟ ਫੈਸਿਲਿਟੀ ਨੂੰ ਇੰਪਲੀਮੈਂਟ ਕੀਤਾ ਜਾਂਦਾ ਜਾਂ ਉਹਨੂੰ ਕਹਿ ਲਓ ਵੀ ਲਾਗੂ ਕੀਤਾ ਜਾਂਦਾ, ਠੀਕ ਹੈ ਜੀ। ਦੈਨ ਆਪਣੇ ਕੋਲ ਹੈਗਾ ਮਾਰਜਨਲ ਸਟੈਂਡਿੰਗ ਫੈਸਿਲਿਟੀ। ਇਹ ਵੀ ਆਪਣੇ ਕੋਲੇ ਵੀ ਕਮਰਸ਼ੀਅਲ ਬੈਂਕਸ ਨੇ ਜਿਹੜੀਆਂ ਉਹਨਾਂ ਨੇ ਨਾ ਇੱਕ ਮਿਨੀਮਮ ਕਹਿ ਲਓ ਵੀ ਸਟੈਂਡਿੰਗ ਫੈਸਿਲਿਟੀ ਆਪਣੇ ਆਪ ਨੂੰ ਸਟੈਂਡ ਕਰਨ ਦੇ ਲਈ ਉਹਨਾਂ ਲਈ ਕੁਝ ਰਿਕੁਆਇਰਮੈਂਟਸ ਨੇ, ਜਿਵੇਂ ਆਪਣੇ ਕੋਲ ਕਹਿੰਦੇ ਆਪਾਂ SLR ਸਟੈਚੂਟਰੀ ਲਿਕੁਇਡਿਟੀ ਰੇਸ਼ੋ, ਉਹ ਬਾਅਦ ਚੋਂ ਪੜਾਂਗੇ, ਉਹ ਉਹਨਾਂ ਨੇ ਮੇਨਟੇਨ ਕਰਨੀ ਹੁੰਦੀ ਆ। ਬਟ ਜੇ ਉਹਨਾਂ ਦੀ SLR ਜਿਹੜੀ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਆ, ਮੈਨੂੰ ਪਤਾ ਕੁਝ ਟੈਕਨੀਕਲ ਟਰਮਸ ਨੇ, ਇਹਨਾਂ ਨੂੰ ਨਾ ਥੋੜਾ ਜਿਹਾ ਇਹਨਾਂ ਬਾਰੇ ਤੁਸੀਂ ਇੱਕ ਆਈਡੀਆ ਲੈ ਲਓ ਵੀ ਇਹ ਕਾਹਦੇ ਲਈ ਨੇ, ਇਹਨਾਂ ਨੂੰ ਡਿਟੇਲ 'ਚ ਆਪਾਂ ਇਕਨੋਮੀ ਦੀ ਕਲਾਸਿਸ ਦੇ ਵਿੱਚ ਕਵਰ ਕਰਾਂਗੇ। ਤਾਂ ਇਹਨਾਂ ਨੇ SLR ਮੇਨਟੇਨ ਕਰਨੀ ਹੁੰਦੀ ਹੈ ਜੀ, ਸਟੈਚੂਟਰੀ ਲਿਕੁਇਡਿਟੀ ਰੇਸ਼ੋ। ਉਹਦਾ ਮਤਲਬ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਦਾ ਮਤਲਬ ਹੁੰਦਾ ਵੀ ਬੈਂਕ ਕੋਲੇ ਜਿੰਨਾ ਵੀ ਪੈਸਾ ਆ ਰਿਹਾ ਉਹਦੇ ਚੋਂ ਕੁਝ % ਹਿੱਸਾ ਉਹਨੇ ਐਜ਼ ਆ ਰਿਜ਼ਰਵ ਸੈਂਟਰਲ ਬੈਂਕ ਕੋਲੇ ਰੱਖਣਾ ਹੁੰਦਾ, ਠੀਕ ਹੈ ਜੀ। ਉਹਨੂੰ ਆਪਾਂ ਕਹਿੰਦੇ ਆ ਸਟੈਚੂਟਰੀ ਲਿਕੁਇਡਿਟੀ ਰੇਸ਼ੋ। ਜੇ ਕਿਸੇ ਬੈਂਕ ਕੋਲੇ 100 ਰੁਪਈਆ ਜਮ੍ਹਾਂ ਹੋਇਆ ਤਾਂ ਉਹਦਾ 10% ਕਹਿ ਲਓ ਜਾਂ 20% ਕਹਿ ਲਓ, ਰੇਟ ਕਿੰਨਾ ਵੀ ਹੋ ਸਕਦਾ, ਉਹਦੇ ਵਿੱਚੋਂ ਉਹਨੇ ਸੈਂਟਰਲ ਬੈਂਕ ਕੋਲੇ ਰੱਖਣਾ ਹੁੰਦਾ ਐਜ਼ ਆ ਸਿਕਿਉਰਿਟੀ ਦੇ ਪਰਪਸ ਤੋਂ, ਠੀਕ ਹੈ ਜੀ। ਤੇ ਉਹਨੂੰ ਆਪਾਂ ਕਹਿੰਦੇ SLR। ਇਹ ਉਹਨਾਂ ਲਈ ਰੱਖਣਾ, SLR ਨੂੰ ਮੇਨਟੇਨ ਕਰਨਾ, ਅਚੀਵ ਕਰਨਾ ਬਹੁਤ ਜ਼ਰੂਰੀ ਹੁੰਦਾ। ਜੇ ਇਹ ਬਰੀਚ ਹੋ ਜੇ, ਜੇ ਇਹ ਮਤਲਬ ਉਹਨਾਂ ਦਾ SLR ਰਿਕੁਆਇਰਮੈਂਟ ਬਰੀਚ ਹੋ ਜੇ, ਮਤਲਬ ਕਿ 20 ਰੁਪਈਏ 100 ਦੇ ਵਿੱਚੋਂ ਨਹੀਂ ਰੱਖ ਪਾ ਰਹੇ, ਉਹਨਾਂ ਕੋਲੇ ਪੈਸਾ ਘੱਟ ਆ, 100 ਰੁਪਈਆ ਉਹਨਾਂ ਕੋਲ ਜਮ੍ਹਾਂ ਹੋਇਆ ਤੇ ਕਹਿ ਲਓ ਵੀ 90 ਰੁਪਈਏ ਕੋਈ ਕਢਾਉਣ ਵਾਲਾ ਆ ਗਿਆ, ਵਿਦਡਰਾਅ ਕਰਨ ਵਾਲਾ ਗਿਆ, ਤਾਂ ਉਹਨਾਂ ਕੋਲ ਪਿੱਛੇ 10 ਰੁਪਏ ਰਹਿ ਗਏ। ਤਾਂ ਹੁਣ ਉਹਨਾਂ ਨੇ ਬੈਂਕ ਕੋਲੇ ਰੱਖਣੇ ਨੇ 20 ਰੁਪਈਏ ਸੈਂਟਰਲ ਬੈਂਕ ਕੋਲੇ, ਬਟ ਰੁਪਈਏ ਉਹਨਾਂ ਕੋਲੇ ਸਿਰਫ 10 ਨੇ ਹੁਣ ਬਚੇ। ਤਾਂ ਉਹ ਕੀ ਕਰਨਗੇ, ਤਾਂ ਉਹ ਫੇਰ ਸੈਂਟਰਲ ਬੈਂਕ ਤੋਂ ਪੈਸੇ ਉਧਾਰ ਲੈਣਗੇ ਇੱਕ ਜ਼ਿਆਦਾ ਵਿਆਜ ਦੇ ਉੱਪਰ, ਤਾਂ ਕਿ ਆਪਣੀ ਜਿਹੜੀ SLR ਦੀ ਰਿਕੁਆਇਰਮੈਂਟ ਆ ਉਹਨੂੰ ਮੇਨਟੇਨ ਕਰ ਸਕਣ। ਤੇ ਉਹ ਜਿਹੜਾ ਰੇਟ ਹੋਊ ਨਾ, ਜਿਹੜਾ ਵਿਆਜ ਹੋਊ, ਉਹ ਆਊਗਾ ਮਾਰਜਨਲ ਸਟੈਂਡਿੰਗ ਫੈਸਿਲਿਟੀ, ਉਹਨੂੰ ਆਪਾਂ ਕਹਿੰਦੇ ਆ। ਉਹਦੇ ਅੰਡਰ ਵਿਆਜ ਆ ਜਿਹੜਾ ਉਹ ਜ਼ਿਆਦਾ ਹੁੰਦਾ, ਠੀਕ ਹੈ ਜੀ। ਫਿਰ ਹੈਗਾ ਬੈਂਕ ਰੇਟ। ਬੈਂਕ ਰੇਟ ਹੁੰਦਾ ਆਪਣੇ ਕੋਲੇ ਲੌਂਗ ਟਰਮ ਦੇ ਲਈ, ਜਿਹੜਾ 1 ਸਾਲ ਤੋਂ ਜ਼ਿਆਦਾ ਲਈ ਜੇ ਆਪਾਂ ਕੋਈ ਬੈਂਕ ਆ ਆਰਬੀਆਈ ਤੋਂ ਪੈਸਾ ਲੈ ਰਹੀ ਆ, ਉਹ ਜਿਹੜੇ ਵਿਆਜ ਤੇ ਮਿਲ ਰਿਹਾ ਉਹ ਹੋ ਗਿਆ ਬੈਂਕ ਰੇਟ। ਫਿਰ ਆਪਣੇ ਕੋਲ ਹੈਗਾ CRR ਤੇ SLR। ਜੇ ਮੈਂ ਤੁਹਾਨੂੰ ਦੱਸਿਆ ਵੀ SLR ਇਜ਼ ਸਟੈਚੂਟਰੀ ਲਿਕੁਇਡਿਟੀ ਰੇਸ਼ੋ, CRR ਇਜ਼
ਕੈਸ਼ ਰਿਜ਼ਰਵ ਰੇਸ਼ੋ। ਇਹ ਦੋ ਅਮਾਉਂਟਸ ਨੇ ਜਿਹੜੀਆਂ ਕਿਸੇ ਵੀ ਬੈਂਕ ਨੇ, ਜਿਵੇਂ ਕਿਸੇ ਬੈਂਕ ਕੋਲੇ 100 ਰੁਪਇਆ ਡਿਪੋਜ਼ਿਟ ਹੋਇਆ ਤਾਂ ਉਹਦੇ 'ਚ ਉਹਨਾਂ ਨੇ ਕੁਛ ਪਰਸੈਂਟ ਐਜ਼ ਅ CRR ਕੈਸ਼ ਰਿਜ਼ਰਵ ਰੇਸ਼ੋ ਆਪਣੇ ਕੋਲੇ ਰੱਖਣਾ ਹੋਊ ਤੇ ਕੁਛ ਪਰਸੈਂਟ SLR ਉਹਨਾਂ ਨੇ ਸੈਂਟਰਲ ਬੈਂਕ ਕੋਲੇ ਰੱਖਣਾ ਹੋਊ। ਠੀਕ ਹੈ ਜੀ। ਕੈਸ਼ ਰਿਜ਼ਰਵ ਰੇਸ਼ੋ ਯਾਦ ਰੱਖਿਓ, ਬੈਂਕਾਂ ਨੇ ਆਪਣੇ ਕੋਲੇ ਰੱਖਣਾ ਹੁੰਦਾ। ਜੇ 100 ਰੁਪਈਆ ਹੈਗਾ ਉਹਦੇ 'ਚੋਂ ਮੰਨ ਲਓ 5% CRR ਦਾ ਰੇਟ ਆ, ਤਾਂ 100% 100 ਰੁਪਈਏ ਦੇ ਵਿੱਚੋਂ 5% ਉਹਨਾਂ ਨੇ ਆਪਣੇ ਕੋਲੇ ਜਮ੍ਹਾਂ ਕਰਕੇ ਰੱਖਣਾ, ਮਤਲਬ ਉਹਨੂੰ ਉਹ ਲੈਂਡ ਨਹੀਂ ਕਰ ਸਕਦੇ, ਕਿਸੇ ਨੂੰ ਉਧਾਰ ਨਹੀਂ ਦੇ ਸਕਦੇ। ਠੀਕ ਹੈ ਜੀ। ਤੇ ਜਿਹੜਾ ਬਾਕੀ ਆਪਣੇ ਕੋਲੇ ਮੰਨ ਲਓ 20% SLR ਦਾ ਰੇਟ ਆ ਤੇ 20% 100 ਦੇ ਵਿੱਚੋਂ 20 ਰੁਪਈਏ ਉਹਨਾਂ ਨੇ RBI ਕੋਲੇ ਰੱਖਣੇ ਹੋਣਗੇ, ਮਤਲਬ 100 ਦੇ ਵਿੱਚੋਂ 25 ਰੁਪਈਏ ਉਹਨਾਂ ਨੇ ਇਨ ਦਾ ਫਾਰਮ ਆਫ CRR ਐਂਡ SLR ਰੱਖ ਲਏ, ਤੇ ਬਾਕੀ ਜਿਹੜੇ 75 ਰੁਪਈਏ ਬਚੇ ਨੇ ਉਹਨਾਂ ਨੂੰ ਲੈਂਡਿੰਗ ਦੇ ਪਰਪਸਿਸ ਦੇ ਲਈ ਯੂਜ਼ ਕਰ ਸਕਦੇ ਨੇ ਉਹ। ਠੀਕ ਹੈ ਜੀ। ਇਹ ਹੋ ਗਿਆ CRR ਤੇ SLR, ਇਹ ਆਪਾਂ ਸਾਰੇ ਡਿਸਕਸ ਕਰਾਂਗੇ ਡਿਟੇਲ 'ਚ, ਕੋਈ ਨਹੀਂ। ਫਿਰ ਆ ਗਿਆ ਓਪਨ ਮਾਰਕੀਟ ਆਪਰੇਸ਼ਨਸ। ਓਪਨ ਮਾਰਕੀਟ ਆਪਰੇਸ਼ਨਸ ਕੀ ਹੁੰਦੇ ਨੇ ਵੀ? ਓਪਨ ਮਾਰਕੀਟ ਦੇ ਵਿੱਚ ਗਵਰਨਮੈਂਟ ਦੀਆਂ ਸਿਕਿਉਰਿਟੀਜ਼ ਨੂੰ ਵੇਚਣਾ ਜਾਂ ਖਰੀਦਣਾ, ਇਹਦੇ ਨਾਲ ਵੀ ਲਿਕੁਇਡਿਟੀ ਨੂੰ ਮੈਨੇਜ ਕੀਤਾ ਜਾਂਦਾ ਮਾਰਕੀਟ ਦੇ ਵਿੱਚ। ਕਿਉਂਕਿ ਜੇ ਬੈਂਕ, ਸੈਂਟਰਲ ਬੈਂਕ ਗਵਰਨਮੈਂਟ ਸਿਕਿਉਰਿਟੀਜ਼ ਨੂੰ ਮਾਰਕੀਟ ਦੇ ਵਿੱਚ ਵੇਚ ਰਹੀ ਆ, ਮਤਲਬ ਕਿ ਸਿਕਿਉਰਿਟੀਜ਼ ਨੇ ਜਿਹੜੀਆਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਲਈਏ ਵੀ ਜਿਵੇਂ ਬੌਂਡ ਹੁੰਦੇ ਨੇ, ਉਹਨਾਂ ਚੀਜ਼ਾਂ ਨੂੰ ਵੇਚ, ਆਪਾਂ ਬੌਂਡ ਜਾਂ ਸ਼ੇਅਰ ਕਹਿੰਦੇ ਆ ਨਾ, ਤਾਂ ਜਿਹੜੀਆਂ ਗਵਰਨਮੈਂਟ ਦੇ ਬੌਂਡ ਜਾਂ ਸ਼ੇਅਰ ਹੁੰਦੇ ਨੇ, ਉਹਨਾਂ ਬੌਂਡ ਹੀ ਹੁੰਦੇ ਨੇ, ਸ਼ੇਅਰ ਨਹੀਂ ਹੁੰਦੇ, ਬੌਂਡ ਹੁੰਦੇ ਨੇ, ਉਹਨਾਂ ਨੂੰ ਆਪਾਂ ਸਿਕਿਉਰਿਟੀਜ਼ ਕਹਿ ਦਿੰਦੇ ਆ, ਗਵਰਨਮੈਂਟ ਸਿਕਿਉਰਿਟੀਜ਼। ਜੇ ਕਿਸੇ ਨੇ ਗਵਰਨਮੈਂਟ ਸਿਕਿਉਰਿਟੀ ਖਰੀਦਣੀ ਆ ਤਾਂ ਉਹਦੇ 'ਚ ਕੁਛ ਨਾ ਕੁਛ ਇਨਵੈਸਟ ਕਰਨਾ ਪਊ। ਮੰਨ ਲਓ ਵੀ ਕੋਈ ਵੀ ਸਿਕਿਉਰਿਟੀ ਆ 1000 ਰੁਪਏ ਦੀ ਆ, ਮੈਂ ਜੇ 1000 ਰੁਪਈਆ ਸੈਂਟਰਲ ਬੈਂਕ ਨੂੰ ਦੇ ਦੂੰਗਾ ਤਾਂ ਮੈਂ ਉਹ ਸਿਕਿਉਰਿਟੀ ਖਰੀਦ ਲੂੰਗਾ, ਮਤਲਬ ਮਾਰਕੀਟ ਦੇ ਵਿੱਚੋਂ ਪੈਸਾ ਕੱਢਿਆ ਜਾ ਰਿਹਾ ਜਦੋਂ ਗਵਰਨਮੈਂਟ ਸਿਕਿਉਰਿਟੀਜ਼ ਵੇਚੀਆਂ ਜਾ ਰਹੀਆਂ ਨੇ। ਤੇ ਜਦੋਂ ਗਵਰਨਮੈਂਟ ਨੂੰ ਲੱਗਦਾ, RBI ਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਪੈਸੇ ਦੀ ਕਮੀ ਆ, ਜਾਂ ਕਹਿ ਲਓ ਵੀ ਇਕਨੋਮੀ ਸਾਡੀ ਗਰੋ ਨਹੀਂ ਕਰ ਪਾ ਰਹੀ, ਮਾਰਕੀਟ 'ਚ ਪੈਸੇ ਦੀ ਕਮੀ ਆ, ਤਾਂ ਉਦੋਂ ਉਹਨਾਂ ਸਿਕਿਉਰਿਟੀਜ਼ ਨੂੰ ਉਹਨਾਂ ਤੋਂ ਵਾਪਸ ਲੈ ਲੈਂਦੇ ਨੇ। ਠੀਕ ਹੈ ਜੀ। ਵਾਪਸ ਲੈਣਗੇ ਤਾਂ ਉਹ ਜਿਹੜਾ ਪੈਸਾ ਉਹਨਾਂ ਤੋਂ ਲਿਆ ਸੀ ਉਹ ਪੈਸਾ ਲੋਕਾਂ ਨੂੰ ਦੇ ਦੇਣਗੇ ਤੇ ਮਾਰਕੀਟ ਦੇ ਵਿੱਚ ਪੈਸਾ ਆ ਜਾਊਗਾ ਦੁਬਾਰਾ। ਇਹ ਹੁੰਦੀ ਆ ਓਪਨ ਮਾਰਕੀਟ ਆਪਰੇਸ਼ਨਸ। ਫਿਰ ਆਪਣੇ ਕੋਲ ਆ ਗਈ ਮਾਰਕੀਟ ਸਟੇਬਲਾਈਜੇਸ਼ਨ ਸਕੀਮ। ਇਹ ਵੀ ਓਪਨ ਮਾਰਕੀਟ ਆਪਰੇਸ਼ਨਸ ਦੀ ਤਰ੍ਹਾਂ ਹੀ ਆਪਰੇਟ ਕਰਦੀ ਹੈ, ਬਟ ਇਹਦੇ ਕੁਝ ਹੋਰ ਕੁਝ ਟਰਮਸ ਹੁੰਦੀਆਂ ਨੇ, ਉਹ ਸਾਰੀਆਂ ਆਪਾਂ ਡਿਟੇਲ 'ਚ ਡਿਸਕਸ ਕਰਾਂਗੇ। ਇਹ ਹੁਣ ਤੁਹਾਨੂੰ ਇਹਨਾਂ ਬਾਰੇ ਦੱਸਤਾ ਵੀ ਇਹ ਹੁੰਦੇ ਕੀ ਨੇ, ਕਿਵੇਂ ਕਿਵੇਂ ਕੀ ਇਹਨਾਂ ਦੇ ਵਿੱਚ ਕੀ ਕੀਤਾ ਜਾਂਦਾ। ਠੀਕ ਹੈ ਜੀ। ਹੁਣ ਆਪਾਂ ਦੇਖੀਏ ਵੀ ਇਹਨਾਂ ਦੇ ਥਰੂ ਜੋ ਸਾਡੀ RBI ਜਾਂ ਮੋਨਿਟਰੀ ਪਾਲਿਸੀ ਕਮੇਟੀ ਆ, ਉਹ ਇਨਫਲੇਸ਼ਨ ਨੂੰ ਕਿਵੇਂ ਰੋਕਦੀ ਆ, ਇਨਫਲੇਸ਼ਨ ਨੂੰ ਕਿਵੇਂ ਕੰਟਰੋਲ ਕਰਦੀ ਆ। ਜਿਵੇਂ ਤੁਹਾਨੂੰ ਦੱਸਿਆ ਵੀ ਰੈਪੋ ਰੇਟ ਆ ਜਿਹੜਾ, ਇਹ ਉਹ ਰੇਟ ਆ ਜਿਹੜੇ ਰੇਟ ਦੇ ਉੱਪਰ ਸਾਡੀਆਂ ਕਮਰਸ਼ੀਅਲ ਬੈਂਕਸ ਨੂੰ ਸੈਂਟਰ ਤੋਂ ਪੈਸਾ ਮਿਲ ਰਿਹਾ। ਜੇ ਮਾਰਕੀਟ ਦੇ ਵਿੱਚ ਇਨਫਲੇਸ਼ਨ ਆ, ਮਾਰਕੀਟ ਦੇ ਵਿੱਚ ਮਤਲਬ ਕਿ ਚੀਜ਼ਾਂ ਜਿਹੜੀਆਂ ਸਾਡੇ ਪ੍ਰੋਡਕਟਸ ਨੇ ਉਹਨਾਂ ਦਾ ਪ੍ਰਾਈਸ ਵੱਧ ਰਿਹਾ, ਵਧਣ ਦਾ ਮਤਲਬ ਕੀ ਆ ਵੀ ਲੋਕ ਡਿਮਾਂਡ ਕਰ ਰਹੇ ਨੇ, ਚੀਜ਼ ਘੱਟ ਆ। ਜਦੋਂ ਕਿਸੇ ਵੀ ਚੀਜ਼ ਦੀ ਡਿਮਾਂਡ ਜ਼ਿਆਦਾ ਹੋਊ ਉਹਦਾ ਪ੍ਰਾਈਸ ਆਪਣੇ ਆਪ ਵੱਧ ਜਾਊਗਾ, ਜਾਂ ਕਹਿ ਲਈਏ ਵੀ ਲੋਕਾਂ ਕੋਲੇ ਪੈਸਾ ਜ਼ਿਆਦਾ ਹੈਗਾ, ਲੋਕ ਉਹਨਾਂ ਪ੍ਰੋਡਕਟਸ ਦੇ ਉੱਪਰ ਆਪਣਾ ਪੈਸਾ ਖਰਚ ਹੀ ਜਾਂਦੇ ਨੇ, ਤੇ ਤਾਂ ਕਰਕੇ ਉਹਨਾਂ ਦੀ ਡਿਮਾਂਡ ਵੱਧ ਰਹੀ ਆ, ਤੇ ਜਦੋਂ ਡਿਮਾਂਡ ਵਧੂ ਤਾਂ ਚੀਜ਼ ਦਾ ਰੇਟ ਆਪਣੇ ਆਪ ਵੱਧ ਜਾਣਾ, ਮਤਲਬ ਕਿ ਇਨਫਲੇਸ਼ਨ ਹੋ ਜੂ। ਤੇ ਹੁਣ ਰੈਪੋ ਰੇਟ ਦੇ ਨਾਲ ਆਪਾਂ ਇਨਫਲੇਸ਼ਨ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ? ਜੇ ਮੋਨਿਟਰੀ ਪਾਲਿਸੀ ਕਮੇਟੀ ਰੈਪੋ ਰੇਟ ਨੂੰ ਵਧਾ ਦੂਗੀ, ਜਿਹੜੇ ਵਿਆਜ ਦੇ ਉੱਪਰ ਕਮਰਸ਼ੀਅਲ ਬੈਂਕਸ ਨੂੰ ਸੈਂਟਰਲ ਬੈਂਕ ਤੋਂ ਪੈਸਾ ਮਿਲ ਰਿਹਾ, ਜੇ ਉਹ ਵਿਆਜ ਨੂੰ ਵਧਾ ਦੂ, ਮਤਲਬ ਕਿ ਪਹਿਲਾਂ ਕਹਿ ਲਓ ਵੀ 100 ਰੁਪਈਆ ਉਹਨਾਂ ਨੂੰ 5% ਤੇ ਮਿਲਦਾ ਸੀ, ਹੁਣ ਉਹ 100 ਤੇ ਜਿਹੜੀਆਂ 100 ਰੁਪਈਆ ਲੈ ਕੇ ਜਿਹੜੀਆਂ ਕਮਰਸ਼ੀਅਲ ਬੈਂਕਸ ਨੇ 100 ਰੁਪਈਆ ਉਹਨਾਂ ਨੇ RBI ਤੋਂ ਲਿਆ 5% ਵਿਆਜ ਤੇ ਉਹ 100 ਰੁਪਈਆ ਉਹਨਾਂ ਨੇ ਮਾਰਕੀਟ ਦੇ ਵਿੱਚ ਲੋਕਾਂ ਨੂੰ ਲੈਂਡ ਕਰਤਾ 6% ਦੇ ਵਿਆਜ ਤੇ 1% ਉਹਨਾਂ ਨੇ ਖੁਦ ਆਪਣਾ ਬੈਨੀਫਿਟ ਰੱਖ ਲਿਆ। ਠੀਕ ਹੈ ਜੀ। ਬਟ ਹੁਣ RBI ਨੂੰ ਲੱਗਿਆ ਕਿ ਜਿਹੜਾ 100 ਰੁਪਈਆ ਮਾਰਕੀਟ ਦੇ ਵਿੱਚ ਗਿਆ ਗਾ, ਉਹਨੇ ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਵਧਾਤੀ, ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਵਧੀ, ਜਿਹਦੇ ਨਾਲ ਕੀ ਹੋਇਆ, ਪ੍ਰੋਡਕਟਸ ਦਾ ਪ੍ਰਾਈਸ ਵਧ ਗਿਆ, ਮਤਲਬ ਇਨਫਲੇਸ਼ਨ ਹੋ ਗਈ। ਤਾਂ ਹੁਣ ਉਸ ਇਨਫਲੇਸ਼ਨ ਨੂੰ ਕੰਟਰੋਲ ਕਰਨਾ, ਤਾਂ ਹੁਣ RBI ਕੀ ਕਰੂ, ਮੋਨਿਟਰੀ ਪਾਲਿਸੀ ਕੀ ਕਰੂ, ਮੋਨਿਟਰੀ ਪਾਲਿਸੀ ਕਮੇਟੀ ਜਿਹੜਾ ਰੈਪੋ ਰੇਟ ਆ ਨਾ ਉਹਨੂੰ ਵਧਾ ਦੂ, ਉਹਨੂੰ 5 ਤੋਂ 8% ਕਰ ਦੂ। ਮਤਲਬ ਕਿ ਹੁਣ ਸੈਂਟਰਲ ਕਮਰਸ਼ੀਅਲ ਬੈਂਕਸ ਦੇ ਲਈ ਜਿਹੜਾ ਲੋਨ ਮਿਲ ਰਿਹਾ ਸੀ, ਜਿਹੜਾ ਪੈਸਾ ਉਹਨਾਂ ਨੂੰ RBI ਤੋਂ ਮਿਲ ਰਿਹਾ ਸੀ, ਉਹ ਮਹਿੰਗਾ ਹੋ ਗਿਆ। ਜੇ ਉਹਨਾਂ ਨੂੰ ਪੈਸਾ ਮਹਿੰਗਾ ਮਿਲ ਰਿਹਾ ਤਾਂ ਜਿਹੜਾ ਲੋਕਾਂ ਨੂੰ ਉਹਨਾਂ ਨੇ ਕਮਰਸ਼ੀਅਲ ਬੈਂਕਸ ਨੇ ਪੈਸਾ ਦੇਣਾ ਉਹ ਵੀ ਮਹਿੰਗਾ ਕਰਨਗੇ। ਜੇ ਉਹ ਮਹਿੰਗਾ ਹੋ ਜੂ, ਮਤਲਬ ਮਾਰਕੀਟ ਦੇ ਵਿੱਚ ਪੈਸਾ ਘਟ ਜਾਊਗਾ, ਲੋਕ ਘੱਟ ਬੋਰੋ ਕਰਨਗੇ ਸੈਂਟਰਲ ਬੈਂਕ ਆਪਣੀਆਂ ਕਮਰਸ਼ੀਅਲ ਬੈਂਕਸ ਤੋਂ। ਜੇ ਘੱਟ ਬੋਰੋ ਕਰਨਗੇ ਦੈਟ ਮੀਨਸ ਉਹ ਘੱਟ ਮਾਰਕੀਟ ਦੇ ਵਿੱਚ ਖਰਚਣਗੇ। ਜੇ ਮਾਰਕੀਟ ਦੇ ਵਿੱਚ ਖਰਚਾ ਘੱਟ ਕਰਨਗੇ ਤਾਂ ਜਿਹੜੀਆਂ ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਸੀ ਉਹ ਡਿਮਾਂਡ ਘਟ ਜੂ। ਜੇ ਡਿਮਾਂਡ ਘਟ ਜੂ ਤਾਂ ਉਹਨਾਂ ਤੇ ਜਿਹੜੀ ਇਨਫਲੇਸ਼ਨ ਆ ਉਹ ਵੀ ਘਟ ਜੂ, ਉਹਨਾਂ ਦਾ ਪ੍ਰਾਈਸ ਵੀ ਘਟ ਜੂ। ਠੀਕ ਹੈ ਜੀ। ਇਹ ਤਰੀਕਾ ਗਾ ਰੈਪੋ ਰੇਟ ਨੂੰ ਵਧਾ ਘਟਾ ਕੇ ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ। ਇਹ ਤਾਂ ਹੋ ਗਿਆ ਵਧੀ ਹੋਈ ਇਨਫਲੇਸ਼ਨ ਨੂੰ ਇਸ ਤਰ੍ਹਾਂ ਕੰਟਰੋਲ ਕੀਤਾ ਜਾਂਦਾ। ਜੇ ਇਨਫਲੇਸ਼ਨ ਘੱਟ ਆ ਮਾਰਕੀਟ ਦੇ ਵਿੱਚ, ਮਤਲਬ ਜੇ ਇਨਫਲੇਸ਼ਨ ਘੱਟ ਹੋਊਗੀ, ਡਿਮਾਂਡ ਘੱਟ ਹੋਊ ਤਾਂ ਸਾਡੀ ਇਕਨੋਮੀ ਵੀ ਘੱਟ ਗਰੋ ਕਰੂ। ਤਾਂ ਕਰਕੇ ਸਾਨੂੰ ਕੁਛ ਨਾ ਕੁਛ
परसेंटेज ऑफ इन्फ्लेशन मार्केट की ग्रोथ के लिए, इकोनॉमी की ग्रोथ के लिए चाहिए होंगी है। ठीक है जी, क्योंकि जे मार्केट के इन्फ्लेशन ही नहीं है, मार्केट के डिमांड ही नहीं है, तो साडी इकोनॉमी ग्रो ही नहीं करू, साडी इंडस्ट्रीज खड़ जाएगियाँ, क्योंकि जो प्रोडक्ट वो बना रही ने उसकी मंग ही नहीं है मार्केट के। सो थोड़ी जी इन्फ्लेशन मार्केट में साडी इकोनॉमी को ग्रो करने के लिए चाहिए होंगी है। तो जे इन्फ्लेशन घट आ तो उस चीज़ को रैपो रेट के नाल किद्दां ठीक किया जाऊ, तो उस टाइम पर जी RBI आ, मॉनेटरी पॉलिसी कमेटी आ, वो जो रैपो रेट आ उन्होंने घटा देंगे। मतलब पहला 5% ते 100 रुपया देंगे सी, हुण इन्हां नूं वो 3% ते देण लग जाणगे। मतलब कमर्शियल बैंक्स के लिए जिहड़ा पैसा सेंट्रल बैंक तो आ रहा वो हुण सस्ता हो गया, उत्ते ब्याज घट देना पै रहा। तो फिर जिहड़ा पहलां वो 6 कमर्शियल बैंक 100 रुपया लैके अगे लोगों को लैंड करते सी 5% ते, हुण उन्हां नूं 6% ते लैंड करते सी पहलां, जिवें आपां गल कीती सी, हुण उन्हां नूं उही पैसा 3% ते मिल रहा सेंट्रल बैंक तो। तां हुण जिहड़ा लोगों को पैसा देना वो भी 5% 6% तो घटा के 4% या 5% कर देंगे, जिहदे नाल लोकां कोले पैसा ज़्यादा जान लग जू, तो लोग मार्केट दे विच ज़्यादा इन्वैसट करनगे, ज़्यादा कह लो भी प्रोडक्ट्स नूं परचेज करनगे, जिहदे नाल प्रोडक्ट्स की डिमांड वध जू, तो जिहड़ी इन्फ्लेशन रिक्वायर्ड परसेंटेज ऑफ रिक्वायर्ड अमाउंट ऑफ इन्फ्लेशन आ वो असीं मार्केट दे विच मेनटेन कर लांगे। ठीक है जी, आई होप तुहानूं सारिਆਂ ਨੂੰ ਇਹ चीज़ समझ आ गई हो। जे किसी ਨੂੰ नहीं समझ आई तो तुसीं कमेंट कर दो, कोई चक्कर नहीं, आपां दुबारा 2-3 मिनट 'ਚ ਇਹਨੂੰ ਦੁਬਾਰਾ डिस्कस कर लांगे। टॉपिक इंपॉर्टेंट आ, तो ਜਿਹੜੇ बाकी ਦੇ ਸਾਰੇ ਆਪਣੇ इंस्ट्रूमेंट्स ने ਜਾਂ टूल्स ने मॉनेटरी पॉलिसी ਦੇ, वो सारे रैपो रेट ਤੇ डिपेंड करते हैं। ਤਾਂ ਕਰਕੇ ਜਿਹੜਾ रैपो रेट है सब तो ज़्यादा इंपॉर्टेंट आ, बाकी ਦੇ ਸਾਰੇ रेट्स ਇਹਦੇ ਤੇ ही निर्भर करते हैं। ਤਾਂ ਕਰਕੇ ਜਦੋਂ भी मॉनेटरी पॉलिसी कमेटी मॉनेटरी पॉलिसी रिव्यू करती है बाई मंथली, कह लो चेंज अपनी पॉलिसी को रिव्यू करके कुछ चेंजिस करती है, तो वो सब तो ज़्यादा जो चेंज सब तो मेन चेंज होंदा वो रैपो रेट के चेंज होंदा। उन्होंने आप बेंचमार्क रेट कह दें या पॉलिसी रेट कह दें, क्योंकि बाकी सारे रेट ने जोड़े वो रैपो रेट पर डिपेंडेंट होंगे हैं। ठीक है जी, तो जे हुण इन्होंने आप पढ़िया सी कि 35 बेसिस पॉइंट इनक्रीज करता जी उन्होंने, तो रैपो रेट को इनक्रीज किया। ठीक है जी, मतलब हुण रैपो रेट को 35 बेसिस पॉइंट जे 100 बेसिस पॉइंट्स हो जूगा, दैट मीनस 1%। ठीक है जी, तो हुण जे उन्होंने 35 बेसिस पॉइंट्स किया, मतलब 0.35% इनक्रीज करता रैपो रेट नूं। रैपो रेट नूं जे इनक्रीज कर रहे हैं, दैट मीनस असीं इन्फ्लेशन कंट्रोल करनी आ। ਇਹਦਾ मतलब साडी मार्केट ਦੇ ਵਿੱਚ ਸਾਡੀ ਇਕਨੋਮੀ ਦੇ ਵਿੱਚ ਹੁਣ ਇਨਫਲੇਸ਼ਨ ਆ, ਹੁਣ ਮਹਿੰਗਾਈ ਆ, ਤਾਂ ਉਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ RBI ਨੇ ਮੋਨਟਰੀ ਪੋਲਿਸੀ ਕਮੇਟੀ ਨੇ जो प्राइस जो अपने पॉलिसी रेट्स ने, जिन्होंने आप रैपो रेट भी कह दें, क्योंकि मेन रैपो रेट ही होंदा, बाकी सारे रेट वो डिपेंडेंट होंगे ने। रैपो रेट नूं 0.35% के नाल इनक्रीज करता। ठीक है जी, मतलब मार्केट के विच पैसा हुण महंगा होके जाऊगा। मनदीप सिंह जी बहुत वधिया एक्सप्लेन, थैंक यू जी, थैंक यू। तुहानूं समझ आउणा चाहिए, मेन तो उही है ना, वधिया कीता। ठीक है, तुहानूं वधिया लग्गिया, तुहानूं समझ आया, थैंक यू जी। बाकी सारे बच्चों नूं भी जे किसी नूं भी कोई डाउट आ तो तुसीं पुछ सकते हो जी, क्योंकि जे बाकी हुण आपां कल्ला कल्ला पॉइंट इत्थे डिस्कस करन लग गए, जिहड़े बाकी दे टूल्स ने इंस्ट्रूमेंट्स ने, तो उन्हां चीज़ां नूं बहुत टाइम लग जाना। ठीक है जी, वो आपां नहीं करांगे हुण। ਆਪਾਂ ਉਹਨਾਂ ਸਾਰਿਆਂ ਨੂੰ ਜਦੋਂ ਇਕਨੋਮੀ ਦੀਆਂ ਕਲਾਸਿਸ ਹੋਣਗੀਆਂ ਉਦੋਂ ਡਿਟੇਲ 'ਚ ਡਿਸਕਸ ਕਰਾਂਗੇ। ਬਸ ਹੁਣ ਰੈਪੋ ਰੇਟ ਤੁਹਾਨੂੰ ਪਤਾ ਸਮਝ ਆ ਗਈ ਹੋਣੀ ਆ ਸਾਰਿਆਂ ਨੂੰ, ਜੇ ਨਹੀਂ ਆਈ ਤਾਂ ਤੁਸੀਂ ਪੁੱਛ ਸਕਦੇ ਹੋ। ਤੇ ਬਾਕੀ ਤੁਸੀਂ ਆ ਚੀਜ਼ਾਂ ਧਿਆਨ ਰੱਖ ਲਿਓ, ਇਹਨਾਂ ਬਾਰੇ ਤੁਹਾਨੂੰ ਦੱਸਦਾ ਵੀ ਹੁੰਦੇ ਕੀ ਨੇ, ਕਿਵੇਂ ਕੰਮ ਕਰਦੇ ਨੇ, ਉਹ ਇਕਨੋਮੀ ਦੀ ਕਲਾਸ 'ਚ ਆਪਾਂ ਡਿਸਕਸ ਕਰਾਂਗੇ। ਬਟ ਇਹ ਸਾਰੇ ਟੂਲਸ ਨੇ ਮੋਨਟਰੀ ਪੋਲਿਸੀ ਦੇ। ਠੀਕ ਹੈ ਜੀ, ਇਹ ਇੰਪੋਰਟੈਂਟ ਹੈ ਤੁਹਾਡੇ ਲਈ। ਫਿਰ ਹੁਣ ਮੋਨਟਰੀ ਪੋਲਿਸੀ ਜਿਹੜੀ ਆਪਾਂ ਡਿਸਕਸ ਕੀਤੀ ਆ ਹੁੰਦੀ ਕੀ ਆ? ਮੋਨਟਰੀ ਪੋਲਿਸੀ RBI ਦੀ ਇੱਕ ਪੋਲਿਸੀ ਹੈ ਜਿਹੜੀ, ਜਿਵੇਂ ਤੁਹਾਨੂੰ ਸਾਰਾ ਹੁਣ ਸਮਝ ਆਈ ਚੁੱਕਿਆ ਵੀ ਮਾਰਕੀਟ ਦੇ ਵਿੱਚ ਕਿਵੇਂ ਪੈਸਾ ਛੱਡਣਾ, उस किन्ना पैसा छड्डना, उस पैसे का रेट की हो, उस पैसे के किन्ने रेट के उपर आप मार्केट इनफ्यूज करना, उहदे कंसर्न उहदे रिगार्डिंग जिहड़ी पॉलिसी हुंदी है उहनूं कहंदे आ मॉनेटरी पॉलिसी। ठीक है जी, मॉनेटरी पॉलिसी इट इज़ द पॉलिसी ऑफ सेंट्रल बैंक दैट डील्स विद मनी सप्लाई एंड इट्स रेट। मार्केट दे विच पैसा किन्ना आपां सप्लाई करना, किन्ने रेट ते सप्लाई करना, किन्ने ब्याज ते सप्लाई करना, उहदे रिगार्डिंग जिहड़ी पॉलिसी है उहनूं कहंदे आ मॉनेटरी पॉलिसी। ठीक है जी, तो फिर अपने को जो ये टॉपिक है इंपॉर्टेंट है, दैट इज़ इन्फ्लेशन। इन्फ्लेशन की होंदी है, जो क्वेश्चन के भी तुहानूं पूछा गया सी। जे आप इन्फ्लेशन की डेफिनेशन की गल करिए, इन्फ्लेशन इज़ जनरल इंक्रीज इन जनरल प्राइस ऑफ गुड्स एंड सर्विसेज इन इकोनॉमी।
ਕਿਸੇ ਵੀ ਇਕਨੋਮੀ ਦੇ ਵਿੱਚ ਵਸਤੂਆਂ ਜਿਹੜੀਆਂ ਸਾਡੀਆਂ ਗੁੱਡਸ ਨੇ ਜਾਂ ਸਰਵਿਸਿਜ਼ ਨੇ ਉਹਨਾਂ ਦਾ ਜਿਹੜਾ ਜਨਰਲ ਪ੍ਰਾਈਸ ਆ ਨਾ ਉਹ ਇਨਕਰੀਜ਼ ਹੋ ਰਿਹਾ। ਠੀਕ ਹੈ ਜੀ, ਗੁੱਡਸ ਐਂਡ ਸਰਵਿਸਿਜ਼ ਸਾਰੀਆਂ ਮਤਲਬ ਕਿ ਆਪਾਂ ਇੱਕ ਐਵਰੇਜ ਦੇ ਤੌਰ ਤੇ ਦੇਖਦੇ ਆ, ਇਹ ਨਹੀਂ ਵੀ ਕਿਸੇ ਇੱਕ ਗੁੱਡ ਨੂੰ ਜਾਂ ਗੁੱਡਸ ਨੂੰ ਕਿਸੇ ਪਾਰਟਿਕੂਲਰ ਗੁੱਡਸ ਨੂੰ ਜਾਂ ਪਾਰਟਿਕੂਲਰ ਸੈਕਟਰ ਦੀਆਂ ਸਰਵਿਸਿਜ਼ ਨੂੰ ਦੇਖ ਲਿਆ, ਨਹੀਂ, ਅਸੀਂ ਓਵਰਆਲ ਇਕਨੋਮੀ ਦੇ ਵਿੱਚ ਜਿਹੜੀਆਂ ਸਾਡੀਆਂ ਗੁੱਡਸ ਐਂਡ ਸਰਵਿਸਿਜ਼ ਨੇ ਉਹਨਾਂ ਦੇ ਜਨਰਲ ਪ੍ਰਾਈਸ ਦੀ ਗੱਲ ਕਰ ਰਹੇ ਹਾਂ। ਜੇ ਓਵਰਆਲ ਇਕਨੋਮੀ ਦੇ ਵਿੱਚ ਉਹ ਗਰੋ ਕਰ ਰਹੇ ਨੇ, ਪ੍ਰਾਈਸਿਸ ਇਨਕਰੀਜ਼ ਹੋ ਰਹੇ ਨੇ, ਦੈਟ ਮੀਨਸ ਇਨਫਲੇਸ਼ਨ ਹੈ। ਜੇ ਪਾਰਟਿਕੂਲਰ ਇੱਕ ਅੱਧੇ ਸੈਕਟਰ ਦੇ ਵਿੱਚ ਹੀ ਉਹਨਾਂ ਦਾ ਪ੍ਰਾਈਸ ਵੱਧ ਰਿਹਾ ਤਾਂ ਉਹਨੂੰ ਆਪਾਂ ਪੂਰੀ ਇੰਡੀਆ ਦੀ ਇਕਨੋਮੀ ਦੇ ਵਿੱਚ ਇਨਫਲੇਸ਼ਨ ਨਹੀਂ ਮੰਨਾਂਗੇ। ਠੀਕ ਹੈ ਜੀ, ਇਹ ਆਪਾਂ ਓਵਰਆਲ ਇਕਨੋਮੀ ਦੀ ਗੱਲ ਕਰਦੇ ਹੁੰਦੇ ਇੱਥੇ। ਠੀਕ ਹੈ, ਤੇ ਫਿਰ ਅੱਗੇ ਆਉਂਦਾ ਇਨਫਲੇਸ਼ਨ ਦੀਆਂ ਟਾਈਪਸ। ਵੈਸੇ ਤਾਂ ਕਈ ਤਰ੍ਹਾਂ ਦੀਆਂ ਟਾਈਪਸ ਹੁੰਦੀਆਂ ਨੇ, ਕਾਸਟ ਪੁਸ਼ ਹੁੰਦੀ ਆ, ਡਿਮਾਂਡ ਪੁੱਲ ਹੁੰਦੀ ਆ, ਹਾਈਪਰ ਇਨਫਲੇਸ਼ਨ ਹੁੰਦੀ ਆ, ਹੈ ਨਾ, ਤੇ ਕ੍ਰੀਪਿੰਗ ਇਨਫਲੇਸ਼ਨ ਹੁੰਦੀ ਆ। ਉਹ ਸਭ ਚੀਜ਼ਾਂ ਬਾਅਦ ਚੋਂ ਆਪਾਂ ਇਕਨੋਮੀ ਦੀਆਂ ਕਲਾਸਿਸ 'ਚ ਕਰਾਂਗੇ। ਹੁਣ ਮੇਨ ਸਾਡੇ ਲਈ ਦੋ ਜਿਹੜੀਆਂ ਚੀਜ਼ਾਂ ਨੇ, ਵਨ ਇਜ਼ ਹੈਡਲਾਈਨ ਇਨਫਲੇਸ਼ਨ, ਅਨਦਰ ਇਜ਼ ਕੋਰ ਇਨਫਲੇਸ਼ਨ। ਇਹ ਦੋ ਬਹੁਤ ਇੰਪੋਰਟੈਂਟ ਨੇ, ਇਹ ਪੇਪਰ 'ਚ ਅਕਸਰ ਪੁੱਛੀਆਂ ਜਾਂਦੀਆਂ ਨੇ। ਹੈਡਲਾਈਨ ਇਨਫਲੇਸ਼ਨ ਮਤਲਬ ਹੋਗਾ ਜਿਹੜੀ ਇਹ ਐਵਰੇਜ ਆਪਣੀ ਪੂਰੀ ਇਕਨੋਮੀ ਦੇ ਵਿੱਚ, ਪੂਰੀ ਇਕਨੋਮੀ ਨੂੰ ਆਪਾਂ ਓਵਰਆਲ ਬੇਸਿਸ ਤੇ ਜਦੋਂ ਦੇਖਦੇ ਹਾਂ ਨਾ, ਉਹਦੇ 'ਚ ਸਾਰੇ ਪ੍ਰੋਡਕਟਸ ਨੇ, ਹਰ ਇੱਕ ਸੈਕਟਰ ਦੇ ਪ੍ਰੋਡਕਟਸ ਨੇ ਉਹਦੇ 'ਚ, ਉਹਨੂੰ ਆਪਾਂ ਕਹਿੰਦੇ ਹਾਂ ਹੈਡਲਾਈਨ ਇਨਫਲੇਸ਼ਨ। ਜਦੋਂ ਓਵਰਆਲ ਇਕਨੋਮੀ ਦੇ ਵਿੱਚ ਹਰ ਇੱਕ ਸੈਕਟਰ ਦੇ ਜਿਹੜੇ ਗੁੱਡਸ ਐਂਡ ਸਰਵਿਸਿਜ਼ ਨੇ ਉਹਨਾਂ ਦਾ ਪ੍ਰਾਈਸ ਵੱਧ ਰਿਹਾ, ਉਹ ਮਹਿੰਗੇ ਹੋ ਰਹੇ ਨੇ, ਉਹਨੂੰ ਕਹਿੰਦੇ ਆ ਹੈਡਲਾਈਨ ਇਨਫਲੇਸ਼ਨ। ਤੇ ਜਿਹੜੀ ਹੁੰਦੀ ਆ ਕੋਰ ਇਨਫਲੇਸ਼ਨ, ਕੋਰ ਇਨਫਲੇਸ਼ਨ ਦਾ ਮਤਲਬ ਹੈ ਹੈਡਲਾਈਨ ਇਨਫਲੇਸ਼ਨ ਮਾਈਨਸ ਫੂਡ ਐਂਡ ਫਿਊਲ ਆਰਟੀਕਲਸ ਦੇ ਵਿੱਚ ਜਿਹੜੀ ਇਨਫਲੇਸ਼ਨ ਆ। ਠੀਕ ਹੈ ਜੀ, ਕੋਰ ਇਨਫਲੇਸ਼ਨ ਮੀਨਸ ਹੈਡਲਾਈਨ ਇਨਫਲੇਸ਼ਨ, ਹੈਡਲਾਈਨ ਮਾਈਨਸ ਫੂਡ ਐਂਡ ਫਿਊਲ ਇਨਫਲੇਸ਼ਨ। ਜਿਹੜੀ ਇਨਫਲੇਸ਼ਨ ਫੂਡ ਆਰਟੀਕਲਸ, ਸਾਡੇ ਖਾਣ ਪੀਣ ਦੀਆਂ ਜਿਹੜੀਆਂ ਵਸਤੂਆਂ ਨੇ ਉਹਨਾਂ ਦੇ ਵਿੱਚ, ਜਾਂ ਫਿਊਲ ਤੇਲ ਦੀਆਂ ਕੀਮਤਾਂ ਨੇ, ਜਾਂ ਹੋਰ ਜਿਹੜੇ ਵੀ ਸਾਡੇ ਫਿਊਲਸ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਘਾਟਾ ਹੋ ਰਿਹਾ, ਜਦੋਂ ਉਹਨੂੰ ਆਪਾਂ ਹੈਡਲਾਈਨ ਇਨਫਲੇਸ਼ਨ ਚੋਂ ਮਾਈਨਸ ਕਰ ਦਿੰਦੇ ਹਾਂ ਦੋਨਾਂ ਨੂੰ, ਤਾਂ ਸਾਡੇ ਕੋਲੇ ਕੋਰ ਇਨਫਲੇਸ਼ਨ ਆ ਜਾਂਦੀ ਹੈ। ਇਹ ਮਾਈਨਸ ਕਰਕੇ ਕੋਰ ਇਨਫਲੇਸ਼ਨ ਕਿਉਂ ਕਹਿੰਦੇ ਆ? ਕਿਉਂਕਿ ਜਿਹੜੇ ਸਾਡੇ ਫੂਡ ਤੇ ਫਿਊਲ ਇਨਫਲੇਸ਼ਨ ਆ ਨਾ, ਇਹਨਾਂ ਦੇ ਜਿਹੜੇ ਪ੍ਰਾਈਸਿਸ ਨੇ ਉਹ ਕਹਿ ਲਓ ਉਹਨਾਂ ਦਾ ਜਿਹੜਾ ਇਨਕਰੀਜ਼ ਜਾਂ ਡਿਕਰੀਜ਼ ਹੋਣਾ ਉਹ ਕਈ ਹੋਰ ਫੈਕਟਰਸ ਤੇ ਡਿਪੈਂਡ ਕਰਦਾ। ਜੇ ਆਪਾਂ ਫਿਊਲ ਦੀ ਗੱਲ ਕਰ ਲਈਏ ਤਾਂ ਬਾਹਰੋਂ ਅਸੀਂ ਜ਼ਿਆਦਾ ਇੰਪੋਰਟ ਕਰਦੇ ਹਾਂ, ਹੋ ਸਕਦਾ ਉੱਥੇ ਕੋਈ ਇਦਾਂ ਦੀ ਕੰਡੀਸ਼ਨ ਹੋ ਗਈ ਹੋਵੇ ਜਿੱਥੋਂ ਅਸੀਂ ਇੰਪੋਰਟ ਕਰ ਰਹੇ ਹਾਂ ਵੀ ਉਹਦੇ ਕਰਕੇ ਉਦੋਂ ਹੀ ਪ੍ਰਾਈਸਿਸ ਵੱਧ ਗਏ, ਉਹਦੇ 'ਚ ਸਾਡੀ ਤਾਂ ਕੋਈ ਗਲਤੀ ਨਹੀਂ ਹੈ, ਸਾਡੀ ਇਕਨੋਮੀ ਦੀ ਕੋਈ ਗਲਤੀ ਨਹੀਂ, ਤਾਂ ਉਹਨੂੰ ਅਸੀਂ ਕੋਰ ਇਨਫਲੇਸ਼ਨ ਜਿਹੜੀ ਹੁੰਦੀ ਆ ਉਹ ਸਾਡੀ ਇਕਨੋਮੀ ਦੇ ਸੰਬੰਧ ਦੇ ਵਿੱਚ ਦੇਖਾਂਗੇ। ਬਟ ਜੇ ਅਸੀਂ ਸਾਊਦੀ ਅਰੇਬੀਆ ਤੋਂ ਜਾਂ ਰਸ਼ੀਆ ਤੋਂ ਫਿਊਲ ਮੰਗਵਾ ਰਹੇ ਹਾਂ ਤੇ ਸਾਨੂੰ ਪਤਾ ਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਲੱਗ ਗਈ, ਜਿਹਦੇ ਕਰਕੇ ਰਸ਼ੀਆ ਫਿਊਲ ਘੱਟ ਪ੍ਰੋਡਿਊਸ ਕਰ ਰਿਹਾ, ਜਿਹਦੇ ਕਰਕੇ ਜਿਹੜਾ ਉੱਥੇ ਜਿੰਨਾ ਪ੍ਰੋਡਿਊਸ ਹੋ ਰਿਹਾ ਫਿਊਲ ਉਹਦਾ ਪ੍ਰਾਈਸ ਵੱਧ ਗਿਆ, ਤਾਂ ਸਾਨੂੰ ਵੀ ਮਹਿੰਗੇ ਰੇਟ ਤੇ ਖਰੀਦਣਾ ਪੈ ਰਿਹਾ। ਤਾਂ ਮਤਲਬ ਸਾਡੇ ਜੋ ਫਿਊਲ ਇਕਨੋਮੀ ਆ, ਸਾਡੀ ਜਿਹੜੀ ਫਿਊਲ ਤੇ ਕੰਮ ਕਰ ਰਹੀ ਹੈ ਇਕਨੋਮੀ, ਉਹਦੇ ਵਿੱਚ ਮਹਿੰਗਾਈ ਆ ਜੂ। ਪਰ ਇਹ ਜਿਹੜੀ ਮਹਿੰਗਾਈ ਆ ਇਹ ਸਾਡੇ ਕਹਿ ਲਓ ਇੰਡੀਅਨ ਕੁਛ ਉਹਦੇ ਪਿੱਛੇ ਕੋਈ ਜਿਹੜੇ ਰਿਸਪੌਂਸੀਬਲ ਕਾਰਨ ਨੇ, ਜਿਹੜੇ ਕਾਜ਼ਸ ਨੇ, ਉਹ ਇੰਡੀਆ ਨਾਲ ਕੰਸਰਨ ਨਹੀਂ, ਉਹ ਰਸ਼ੀਆ ਨਾਲ ਕੰਸਰਨ ਨੇ। ਠੀਕ ਹੈ ਜੀ, ਤਾਂ ਉਹ ਸਾਡੀ ਕੋਰ ਇਨਫਲੇਸ਼ਨ ਦਾ ਪਾਰਟ ਨਹੀਂ ਹੋਣਗੇ। ਦੂਜਾ ਅਸੀਂ ਗੱਲ ਕਰਦੇ ਹਾਂ ਫੂਡ ਇਨਫਲੇਸ਼ਨ ਦੀ, ਕਿਉਂਕਿ ਜਿਹੜਾ ਫੂਡ ਆ ਨਾ ਉਹ ਵੀ ਕਲਾਈਮੈਟਿਕ ਕੰਡੀਸ਼ਨਸ ਤੇ ਵੈਦਰ ਕੰਡੀਸ਼ਨਸ ਤੇ ਬਹੁਤ ਡਿਪੈਂਡ ਕਰਦਾ, ਉਹਦੀ ਪ੍ਰੋਡਕਟਿਵਿਟੀ, ਪ੍ਰੋਡਕਸ਼ਨ। ਉਹਦੇ 'ਚ ਅਸੀਂ ਕਹਿ ਸਕਦੇ ਹਾਂ ਵੀ ਸਾਡੀ ਆਪਣੀਆਂ ਗਲਤੀਆਂ ਵੀ ਹੋ ਸਕਦੀਆਂ, ਪਰ ਮੇਨ ਗਲਤੀਆਂ ਜਿਹੜੀਆਂ ਮੇਨ ਕਾਰਨ ਹੁੰਦੇ ਨੇ ਫੂਡ ਪ੍ਰਾਈਸਿਸ ਵਧਣ ਦੇ ਜਾਂ ਘਟਣ ਦੇ, ਉਹ ਹੁੰਦੇ ਨੇ ਕਲਾਈਮੇਟ ਵੈਗਰੀਜ਼, ਜਿਹਨੂੰ ਆਪਾਂ ਕਹਿੰਦੇ ਨੇ, ਹੈ ਨਾ, ਵੈਦਰ ਇਵੈਂਟਸ। ਜਿਵੇਂ ਜ਼ਿਆਦਾ ਮੀਂਹ ਪੈ ਗਏ, ਜ਼ਿਆਦਾ ਗਰਮੀ ਪੈ ਗਈ, ਕਿਤੇ ਹੜ੍ਹ ਆ ਗਏ, ਕਿਤੇ ਸੋਕਾ ਪੈ ਗਿਆ, ਉਹਨਾਂ ਦੇ ਨਾਲ ਪ੍ਰੋਡਕਸ਼ਨ ਘਟ ਜਾਂਦੀ ਆ, ਉਹਦੇ ਨਾਲ ਵੀ ਪ੍ਰਾਈਸ ਵਧਣਗੇ ਘਟਣਗੇ। ਬਟ ਉਹਦੇ 'ਚ ਸਾਡਾ ਕੋਈ ਗਲਤੀ ਨਹੀਂ ਹੈ, ਉਹਦੇ 'ਚ ਨੈਚੁਰਲ ਕਾਜ਼ਸ ਨੇ ਉਹ, ਤਾਂ ਉਹ ਵੀ ਸਾਡੀ ਕੋਰ ਇਨਫਲੇਸ਼ਨ ਦਾ ਪਾਰਟ ਨਹੀਂ ਹੈਗੇ। ਠੀਕ ਹੈ ਜੀ, ਇਹੀ ਕਾਰਨ ਸੀ ਕਿ ਫੂਡ ਤੇ ਫਿਊਲ ਨੂੰ ਕੋਰ ਇਨਫਲੇਸ਼ਨ ਦਾ ਪਾਰਟ ਕਿਉਂ ਨਹੀਂ ਮੰਨਦੇ, ਕਿਉਂਕਿ ਕੋਰ ਇਨਫਲੇਸ਼ਨ ਉਹ ਆ ਜਿਹਦਾ ਮੇਨ ਕੰਸਰਨ ਸਾਡੀ ਇਕਨੋਮੀ ਦੇ ਨਾਲ ਆ, ਜਿਹਦਾ ਮੇਨ ਕੰਸਰਨ ਸਾਡੀ ਇਕਨੋਮੀ ਦੇ ਵਿੱਚ ਅਸੀਂ ਕਿੱਦਾਂ ਇੰਡਸਟਰੀਅਲ ਡਿਵੈਲਪਮੈਂਟ ਸਾਡੀ ਕਿਵੇਂ ਦੀ ਆ, ਇੰਡਸਟਰੀਜ਼ ਕਿਵੇਂ ਕੰਮ ਕਰ ਰਹੀਆਂ ਨੇ, ਸਾਡੀ ਰਿਸਰਚ ਐਂਡ ਡਿਵੈਲਪਮੈਂਟ ਕਿਹੋ ਜਿਹੀ ਆ, ਉਹਨਾਂ ਦੇ ਨਾਲ ਕੰਸਰਨਡ ਆ ਉਹ। ਨੈਚੁਰਲ ਕਾਜ਼ਸ ਜਾਂ ਐਕਸਟਰਨਲ ਫੈਕਟਰਸ ਦੇ ਨਾਲ ਉਹ ਰਿਲੇਟਡ ਨਹੀਂ ਹੈ। ਠੀਕ ਹੈ ਜੀ, ਇਹ ਹੋ ਗਿਆ ਕੋਰ ਇਨਫਲੇਸ਼ਨ। ਤੇ ਹੁਣ ਇਹਦੇ ਨਾਲ ਕੁਝ ਹੋਰ ਰਿਲੇਟਡ ਟੌਪਿਕਸ ਨੇ ਇਨਫਲੇਸ਼ਨ ਦੇ ਨਾਲ। ਵਨ ਇਜ਼ ਡਿਫਲੇਸ਼ਨ ਐਂਡ ਅਨਦਰ ਵਨ ਇਜ਼ ਡਿਸਇਨਫਲੇਸ਼ਨ, ਵੈਰੀ ਇੰਪੋਰਟੈਂਟ। ਡਿਫਲੇਸ਼ਨ ਦਾ ਮਤਲਬ ਕੀ ਹੁੰਦਾ ਜੀ? ਡਿਫਲੇਸ਼ਨ ਦਾ ਮਤਲਬ ਹੈ is a drop in general price levels। ਠੀਕ ਹੈ ਜੀ, ਇਹ ਤੁਹਾਨੂੰ ਸਟੇਟਮੈਂਟ ਕੁਐਸਚਨ 'ਚ ਵੀ ਪੁੱਛੀ ਗਈ ਸੀ। ਦੂਸਰਾ ਡਿਸਇਨਫਲੇਸ਼ਨ। ਡਿਫਲੇਸ਼ਨ ਦਾ ਮਤਲਬ ਹੈ ਪ੍ਰਾਈਸ ਨੇ ਜਿਹੜੇ ਪਹਿਲਾਂ ਵਧੇ ਸੀ ਉਹ ਹੁਣ ਘਟਣ ਲੱਗ ਗਏ। ਪਹਿਲਾਂ ਜੇ ਕੋਈ ਚੀਜ਼ 100 ਰੁਪਏ ਦੀ ਸੀ, ਹੁਣ ਘਟ ਕੇ 90 ਰੁਪਏ ਦੀ ਰਹਿ ਗਈ, ਮਤਲਬ ਉਹਦੀ ਡਿਮਾਂਡ ਘਟ ਗਈ ਮਾਰਕੀਟ ਦੇ ਵਿੱਚ। ਠੀਕ ਹੈ ਜੀ, ਉਹ ਹੁੰਦਾ ਡਿਫਲੇਸ਼ਨ, ਮਤਲਬ ਕਿ ਪ੍ਰਾਈਸ ਘਟ ਗਿਆ। ਇੱਕ ਹੁੰਦੀ ਹੈ ਡਿਸਇਨਫਲੇਸ਼ਨ, ਉਹਦਾ ਮਤਲਬ ਹੁੰਦਾ ਫਾਲ ਇਨ ਰੇਟ ਆਫ ਇਨਫਲੇਸ਼ਨ, ਮਤਲਬ
ਕਿਸੇ ਚੀਜ਼ ਦਾ ਰੇਟ ਵੱਧਦਾ ਰਿਹਾ ਬਟ ਜਿਹੜੇ ਰੇਟ ਦੇ ਨਾਲ ਉਹਦਾ ਪ੍ਰਾਈਸ ਵੱਧ ਰਿਹਾ ਸੀ ਉਹ ਰੇਟ ਘਟ ਗਿਆ। ਮਤਲਬ ਪਹਿਲਾਂ ਸੀਗਾ ਵੀ 100 ਰੁਪਏ ਦੀ ਚੀਜ਼ ਸੀ, ਉਹਦੇ 'ਚ ਹਰ ਇੱਕ ਸਾਲ 5-5% ਦਾ ਇਨਕਰੀਮੈਂਟ ਹੋ ਰਿਹਾ ਸੀ। ਮਤਲਬ 100 ਤੋਂ 105 ਤੇ ਫਿਰ 105 ਤੋਂ 108-9 ਤੱਕ ਪਹੁੰਚ ਗਿਆ। ਉਹ ਹਰ ਸਾਲ ਸੇਮ ਰੇਟ ਦੇ ਨਾਲ ਇਨਕਰੀਮੈਂਟ ਹੋ ਰਿਹਾ ਸੀ ਉਹਦੇ 'ਚ, ਜਾਂ ਕਹਿ ਲਓ ਵੀ ਜਿਹੜਾ ਰੇਟ ਸੀ ਉਹ ਵੱਧ ਰਿਹਾ ਸੀ। ਪਹਿਲਾਂ 5% ਦਾ ਇਨਕਰੀਮੈਂਟ ਸੀ, ਫਿਰ 6 ਨਾ ਹੋ ਗਿਆ, 7 ਨਾ ਹੋ ਗਿਆ, ਜਾਂ ਘੱਟੋ ਘੱਟ 5 ਦਾ ਹੈ ਹੀ, ਉਹ ਸੀ ਇਨਫਲੇਸ਼ਨ। ਬਟ ਜਦੋਂ ਉਹਦਾ ਕਿਸੇ ਵੀ ਪ੍ਰੋਡਕਟ ਦੇ ਪ੍ਰਾਈਸ ਦਾ ਜਿਹੜਾ ਇਨਕਰੀਜ਼ ਹੋ ਰਿਹਾ, ਪ੍ਰਾਈਸ ਇਨਕਰੀਜ਼ ਹੋ ਰਿਹਾ, ਉਹਦਾ ਜਿਹੜਾ ਰੇਟ ਹੈ ਉਹ ਘਟ ਜੇ। ਮਤਲਬ ਪਹਿਲਾਂ 100 ਰੁਪਏ ਦਾ ਸੀ, ਉਹਦੇ 'ਚ ਇਨਕਰੀਮੈਂਟ ਹੋ ਰਿਹਾ ਸੀ 5% ਦਾ, 100 ਤੋਂ 105 ਹੋ ਗਿਆ। ਬਟ ਹੁਣ ਜਿਹੜਾ ਉਹ 'ਚ ਇਨਕਰੀਮੈਂਟ ਹੋਇਆ 5 ਦੀ ਜਗ੍ਹਾ 4 ਹੋ ਗਿਆ ਉਹ, ਠੀਕ ਹੈ ਜੀ। ਮਤਲਬ 105 ਤੋਂ 108, 108.5 ਰਹਿ ਗਿਆ ਉਹ, ਠੀਕ ਹੈ। ਮਤਲਬ ਪ੍ਰਾਈਸ ਵੱਧ ਰਿਹਾ ਬਟ ਜਿਹੜਾ ਪ੍ਰਾਈਸ ਵਧਣ ਦਾ ਰੇਟ ਹੈ, ਜਿਹੜੇ ਰੇਟ ਤੇ ਉਹ ਪ੍ਰਾਈਸ ਇਨਕਰੀਮੈਂਟ ਹੋ ਰਿਹਾ, ਪ੍ਰਾਈਸ ਇਨਕਰੀਜ਼ ਹੋ ਰਿਹਾ, ਉਹ ਰੇਟ ਘਟ ਰਿਹਾ। ਦੈਟ ਇਜ਼ ਡਿਸਇਨਫਲੇਸ਼ਨ, ਠੀਕ ਹੈ ਜੀ। ਇਹ ਚੀਜ਼ਾਂ ਨਾ ਕਈ ਵਾਰੀ ਕਨਫਿਊਜ਼ ਕਰਦੀਆਂ ਨੇ ਸਾਨੂੰ, ਅਸੀਂ ਦੋਨਾਂ 'ਚ ਉਲਝ ਜਾਂਦੇ ਹਾਂ ਵੀ ਕੀ ਆ। ਇਹਨੂੰ ਯਾਦ ਰੱਖਣ ਦਾ ਬਹੁਤ ਸੌਖਾ ਜਿਹਾ ਤਰੀਕਾ, ਜਿਹੜੇ ਤਰੀਕੇ ਨਾਲ ਇਹਨੂੰ ਮੈਂ ਮਤਲਬ ਯਾਦ ਕੀਤਾ ਉਹ ਇਹ ਹੈ ਕਿ ਦੇਖੋ ਇਹਦੇ ਵਿੱਚ ਨਾ ਇਨਫਲੇਸ਼ਨ ਹੈ, ਜਿਹੜੀ ਆਹ ਟਰਮ ਹੈ ਇਹਦੇ 'ਚ ਇਨਫਲੇਸ਼ਨ ਹੈ, ਬਟ ਜਿਹੜੀ ਆਹ ਟਰਮ ਹੈ ਇਹਦੇ 'ਚ ਇਨਫਲੇਸ਼ਨ ਨਹੀਂ ਹੈਗੀ। ਮਤਲਬ ਇਨਫਲੇਸ਼ਨ ਤਾਂ ਹੈ ਇਕਨੋਮੀ ਦੇ ਵਿੱਚ, ਪ੍ਰਾਈਸਿਸ ਵੱਧ ਰਹੇ ਨੇ, ਬਟ ਡਿਸਇਨਫਲੇਸ਼ਨ ਹੋ ਗਈ। ਮਤਲਬ ਉਹਨਾਂ ਦਾ ਜਿਹੜਾ ਰੇਟ ਆ ਨਾ, ਰੇਟ ਆਫ ਇਨਫਲੇਸ਼ਨ ਆ, ਉਹ ਘਟ ਗਿਆ। ਪਹਿਲਾਂ ਜੇ 5% ਨਾਲ ਇਨਕਰੀਜ਼ ਹੋ ਰਹੇ ਸੀ ਹਰ ਸਾਲ ਪ੍ਰਾਈਸ, ਤਾਂ ਹੁਣ 4% ਨਾਲ ਹੋ ਸਕਦੇ ਨੇ ਜਾਂ 3% ਨਾਲ ਹੋ ਸਕਦੇ ਨੇ। ਪ੍ਰਾਈਸ ਵੱਧ ਰਹੇ ਨੇ ਬਟ ਰੇਟ ਆਫ ਇਨਕਰੀਮੈਂਟ ਆ ਜਿਹੜਾ ਉਹ ਘਟ ਗਿਆ। ਡੀਫਲੇਸ਼ਨ ਆ ਜਿਹੜੀ, ਇਹਦੇ 'ਚ ਇਨਫਲੇਸ਼ਨ ਹੈ ਹੀ ਨਹੀਂ, ਮਤਲਬ ਇਹਦੇ 'ਚ ਪ੍ਰਾਈਸ ਵੱਧ ਹੀ ਨਹੀਂ ਰਹੇ, ਪ੍ਰਾਈਸ ਘਟ ਰਹੇ ਨੇ, ਡ੍ਰੌਪ ਹੋ ਰਹੇ ਨੇ ਪ੍ਰਾਈਸਿਸ, ਠੀਕ ਹੈ ਜੀ। ਇਹਦੇ ਨਾਲ ਤੁਹਾਨੂੰ ਯਾਦ ਰਹਿ ਜਾਣਾ ਚਾਹੀਦਾ ਇਹ। ਤੇ ਹੁਣ ਆਪਾਂ ਕੁਐਸਚਨ ਦੀ ਗੱਲ ਕਰੀਏ। ਜਿਹੜਾ ਕੁਐਸਚਨ ਸੀਗਾ ਉਹਦਾ ਕਈ ਬੱਚਿਆਂ ਨੇ ਆਨਸਰ ਵੀ ਕੀਤਾ। ਆਨਸਰ ਕੀ ਕੀਤਾ ਦੇਖੀਏ ਪਹਿਲਾਂ ਤਾਂ। ਇੱਕ ਬੱਚਾ ਕਹਿ ਰਿਹਾ ਜੀ ਨਨ, ਕੁਐਸਚਨ 1 ਦਾ ਆਨਸਰ ਹੈ ਨਨ, ਡੀ ਕਹਿ ਰਿਹਾ। ਇੱਕ ਕਹਿ ਰਿਹਾ ਏ ਐਂਡ ਸੀ, ਤੇ ਚਲੋ 2 ਬੱਚਿਆਂ ਨੇ ਆਨਸਰ ਕੀਤਾ ਇਹਦਾ, ਚਲੋ ਕੋਈ ਨਹੀਂ, ਠੀਕ ਹੈ ਜੀ। ਇਹਦਾ ਆਨਸਰ ਹੈ ਨਨ ਆਫ ਦਾ ਅਬਵ। ਮਤਲਬ ਸਾਰੀਆਂ ਸਟੇਟਮੈਂਟਸ ਗਲਤ ਨੇ ਇਹਦੇ 'ਚ। ਗਲਤ ਕਿਉਂ ਨੇ? ਕਿਉਂਕਿ ਪਹਿਲੀ ਸਟੇਟਮੈਂਟ ਸੀ ਇਨਫਲੇਸ਼ਨ ਮੀਨਸ ਇਨਕਰੀਜ਼ ਇਨ ਜਨਰਲ ਪ੍ਰਾਈਸ ਲੈਵਲ ਆਫ ਸਿਲੈਕਟਡ ਗੁੱਡਸ। ਨਹੀਂ ਜੀ, ਸਿਲੈਕਟਡ ਗੁੱਡਸ ਨਹੀਂ, ਓਵਰਆਲ ਇਕਨੋਮੀ ਦੀ ਗੱਲ ਕਰਦੇ ਹੁੰਦੇ ਆ। ਮੈਂ ਤੁਹਾਨੂੰ ਹੁਣੇ ਦੱਸਿਆ ਕਿ ਇਨਫਲੇਸ਼ਨ ਦਾ ਸੰਬੰਧ ਓਵਰਆਲ ਇਕਨੋਮੀ ਦੇ ਨਾਲ ਆ, ਕਿਸੇ ਪਰਟੀਕੂਲਰ ਸੈਕਟਰ ਜਾਂ ਕਿਸੇ ਸਿਲੈਕਟਡ ਗੁੱਡਸ ਜਾਂ ਸਰਵਿਸਿਜ਼ ਦੇ ਨਾਲ ਨਹੀਂ ਹੈ, ਠੀਕ ਹੈ ਜੀ। ਤਾਂ ਇਹ ਸਟੇਟਮੈਂਟ ਗਲਤ ਹੋ ਗਈ। ਸੈਕੰਡ ਸਟੇਟਮੈਂਟ ਹੈ ਡਿਫਲੇਸ਼ਨ ਮੀਨਸ ਪ੍ਰਾਈਸਿਸ ਇਨ ਦਾ ਇਕਨੋਮੀ ਆਰ ਰਾਈਜ਼ਿੰਗ ਬਟ ਰੇਟ ਆਫ ਇਨਕਰੀਜ਼ ਹੈਜ਼ ਕਮ ਡਾਊਨ। ਮਤਲਬ ਕਿ ਇਨਫਲੇਸ਼ਨ ਤਾਂ ਹੈ ਬਟ ਇਨਫਲੇਸ਼ਨ ਦਾ ਰੇਟ ਘਟ ਗਿਆ। ਤਾਂ ਜੋ ਟਰਮ ਆ ਡਿਫਲੇਸ਼ਨ, ਇਹਦੇ 'ਚ ਤਾਂ ਇਨਫਲੇਸ਼ਨ ਹੈ ਨਹੀਂ, ਤਾਂ ਮਤਲਬ ਇਹ ਵੀ ਗਲਤ ਹੋ ਗਈ। ਇਹ ਇੱਥੇ ਡਿਸਇਨਫਲੇਸ਼ਨ ਹੋਣਾ ਚਾਹੀਦਾ ਸੀ, ਠੀਕ ਹੈ ਜੀ। ਡੀਫਲੇਸ਼ਨ ਦੀ ਥਾਂ ਤੇ ਡਿਸਇਨਫਲੇਸ਼ਨ ਹੋਣਾ ਚਾਹੀਦਾ ਸੀ। ਤੇ ਇਹ ਜੋ ਤੇ ਫਿਰ ਡਿਸਇਨਫਲੇਸ਼ਨ ਮੀਨਸ ਡਿਕਰੀਜ਼ ਇਨ ਜਨਰਲ ਪ੍ਰਾਈਸ ਲੈਵਲ ਇਨ ਦਾ ਇਕਨੋਮੀ। ਮਤਲਬ ਇਹ ਦੋਨਾਂ ਦੀ ਜਿਹੜੀ ਡੈਫੀਨੇਸ਼ਨ ਆ ਨਾ, ਇਹ ਅਲੱਗ ਮੈਂ ਉਲਟ ਕਰਕੇ ਲਿਖਤੀ ਸੀ। ਜਿਹੜੀ ਆਹ ਡੈਫੀਨੇਸ਼ਨ ਆ ਉਹ ਡਿਸਇਨਫਲੇਸ਼ਨ ਦੀ ਆ, ਜਿਹੜੀ ਆਹ ਡੈਫੀਨੇਸ਼ਨ ਹੈ ਡਿਫਲੇਸ਼ਨ ਦੀ ਹੈ, ਠੀਕ ਹੈ ਜੀ। ਫਿਰ ਆ ਗਿਆ ਕੋਰ ਇਨਫਲੇਸ਼ਨ। ਕੋਰ ਇਨਫਲੇਸ਼ਨ ਇਜ਼ ਵਨ ਦੈਟ ਇਨਕਲੂਡਸ ਪ੍ਰਾਈਸਿਸ ਆਫ ਫੂਡ ਐਂਡ ਫਿਊਲ ਆਰਟੀਕਲ। ਜੇ ਮੈਂ ਤੁਹਾਨੂੰ ਹੁਣੇ ਦੱਸਿਆ ਵੀ ਕੋਰ ਇਨਫਲੇਸ਼ਨ ਦੇ ਵਿੱਚ ਫੂਡ ਤੇ ਫਿਊਲ ਨਹੀਂ ਹੁੰਦੇ, ਸੋ ਇਹ ਵੀ ਸਟੇਟਮੈਂਟ ਗਲਤ ਹੋ ਗਈ, ਠੀਕ ਹੈ ਜੀ। ਤਾਂ ਇਹਦਾ ਆਨਸਰ ਹੋ ਗਿਆ ਨਨ ਆਫ ਦਾ ਅਬਵ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਸਮਝ ਆ ਗਈ ਹੋਊ। ਮੈਨੂੰ ਪਤਾ ਥੋੜਾ ਜਿਹਾ ਟੈਕਨੀਕਲ ਸੀ ਇਹ, ਕਿਉਂਕਿ ਇਕਨੋਮੀ ਹੈ ਹੀ ਇੱਕ ਟੈਕਨੀਕਲ ਸਬਜੈਕਟ ਆ ਨਾ। ਉਹਨੂੰ ਸਮਝਣ ਦੇ ਲਈ ਕਈ ਵਾਰੀ ਜਿਹੜਾ ਬੱਚਾ ਫਸਟ ਟਾਈਮ ਉਹਨੂੰ ਪੜ੍ਹ ਰਿਹਾ, ਇੱਕ ਵਾਰੀ ਪੜ੍ਹੇ ਤੋਂ ਇੱਕ ਵਾਰੀ ਸਮਝੇ ਤੋਂ ਸਮਝ ਨਹੀਂ ਆਉਣੀ। ਜੇ ਕੋਈ ਤੁਹਾਨੂੰ ਸਮਝਾ ਵੀ ਰਿਹਾ, ਉਹਨੂੰ ਵੀ ਤੁਹਾਨੂੰ 1-2 ਵਾਰੀ ਖੁਦ ਰਿਵਾਈਜ਼ ਕਰਨਾ ਪੈਣਾ, ਫਿਰ ਉਹ ਚੀਜ਼ਾਂ ਸਮਝ ਆਉਣਗੀਆਂ। ਤੇ ਜੇ ਕੋਈ ਤੁਹਾਨੂੰ ਡਾਊਟ ਆ ਤਾਂ ਤੁਸੀਂ ਉਹ ਪੁੱਛ ਸਕਦੇ ਹੋ, ਠੀਕ ਹੈ ਜੀ। ਵੀਡੀਓ ਨੂੰ ਦੁਬਾਰਾ ਦੇਖ ਲਿਓ, ਇਸ ਟੌਪਿਕ ਨੂੰ ਦੁਬਾਰਾ ਦੇਖ ਲਿਓ ਤਾਂ ਤੁਹਾਨੂੰ ਜ਼ਰੂਰ ਸਮਝ ਆ ਜਾਣਗੀਆਂ। ਤੇ ਜੇ ਨਹੀਂ ਵੀ ਸਮਝ ਆਉ ਤਾਂ ਕੋਈ ਨਹੀਂ, ਫਿਰ ਮੈਸੇਜ ਕਰ ਦਿਓ। ਕੱਲ੍ਹ ਦੀ ਕਲਾਸ 'ਚ ਵੀ ਦੱਸ ਦਿਓ, ਜੇ ਅੱਜ ਨਾ ਹੋਇਆ ਕੋਈ ਚੱਕਰ ਨਹੀਂ ਹੈ, ਆਪਾਂ ਕੱਲ੍ਹ ਵੀ ਦੁਬਾਰਾ ਡਿਸਕਸ ਕਰ ਲਾਂਗੇ ਇਹਦੇ ਬਾਰੇ। ਬਾਕੀ ਡਿਟੇਲ ਦੇ ਵਿੱਚ ਜਦੋਂ ਆਪਾਂ ਇਕਨੋਮੀ ਦੀਆਂ ਕਲਾਸਿਸ ਲਵਾਂਗੇ, ਉਹਦੇ 'ਚ ਆਪਾਂ ਇਹਨੂੰ ਪੂਰਾ ਡਿਟੇਲ 'ਚ ਡਿਸਕਸ ਕਰਾਂਗੇ। ਉਦੋਂ ਟਾਈਮ ਵੀ ਹੋਊ ਸਾਡੇ ਕੋਲੇ, ਤੇ ਆਪਾਂ ਤੁਹਾਨੂੰ ਪੂਰੇ ਪ੍ਰੋਪਰਲੀ ਸਮਝਾ ਵੀ ਦੇਵਾਂਗੇ। ਨੈਕਸਟ ਟੌਪਿਕ ਸਾਡਾ ਹੈ ਜੀ ਨਾਸਾਜ਼ ਸਪਿਨ, SPIN। ਪਹਿਲਾਂ ਦਾ ਕੁਐਸਚਨ ਹੈ ਵੈਰੀ ਇੰਪੋਰਟੈਂਟ, ਤੇ ਮੈਂ ਹੋਪ ਕਰਦਾ ਕਿ ਤੁਸੀਂ ਜਿਹੜੇ ਬੱਚੇ ਆਨਲਾਈਨ ਬੈਠੇ ਹੋ, ਤੁਸੀਂ ਰੈਗੂਲਰਲੀ ਕਲਾਸਿਸ ਦੇਖ ਰਹੇ ਹੋ, ਜਿੰਨੇ ਬੱਚੇ ਵੀ ਬੈਠੇ ਹੋ, ਤੇ ਤੁਸੀਂ ਸਾਰਿਆਂ ਨੇ ਪਿਛਲੀਆਂ ਕਲਾਸਿਸ ਦੇਖੀਆਂ ਨੇ। ਤੇ ਇਹ ਟੌਪਿਕ ਹੈ ਜਿਹੜਾ ਕੁਐਸਚਨ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਤੁਸੀਂ ਸਾਰੇ ਇਹਦਾ ਆਨਸਰ ਦਿਓ, ਕਿਉਂਕਿ ਤੁਸੀਂ ਇਹਦੇ ਬਾਰੇ ਪੜ੍ਹ ਚੁੱਕੇ ਹੋ, ਇੱਥੇ ਹੀ ਪੜ੍ਹ ਚੁੱਕੇ ਹੋ। ਕੰਸੀਡਰ ਦਾ ਫੋਲੋਇੰਗ ਅਬਾਊਟ ਮਿਸ਼ਨ ਪ੍ਰਾਰੰਭ।
ਮਿਸ਼ਨ ਪ੍ਰਾਰੰਭ ਬਾਰੇ ਤੁਸੀਂ ਕੁਝ ਸਟੇਟਮੈਂਟਸ ਤੁਹਾਨੂੰ ਦਿੱਤੀਆਂ ਨੇ, ਉਹ ਦੱਸਣਾ ਵੀ ਕਿਹੜੀ ਠੀਕ ਹੈ ਕਿਹੜੀ ਗਲਤ ਹੈ। ਫਸਟ ਸਟੇਟਮੈਂਟ ਤੁਹਾਨੂੰ ਹੈ ਮਿਸ਼ਨ ਵਾਜ਼ ਰੀਸੈਂਟਲੀ ਲਾਂਚਡ ਬਾਈ ਇਸਰੋ ਟੂ ਕਮੈਮੋਰੇਟ ਦ ਸਟਾਰਟ ਆਫ ਪ੍ਰਾਈਵੇਟ ਪਾਰਟਿਸਿਪੇਸ਼ਨ ਇਨ ਇੰਡੀਆਜ਼ ਸਪੇਸ ਸੈਕਟਰ। ਠੀਕ ਹੈ ਜੀ। ਸੈਕੰਡ ਸਟੇਟਮੈਂਟ ਹੈ ਵਿਕਰਮ ਐਸ ਇੰਡੀਆਜ਼ ਫਸਟ ਪ੍ਰਾਈਵੇਟਲੀ ਡਿਵੈਲਪਡ ਰॉकेट ਵਾਜ਼ ਲਾਂਚਡ ਅੰਡਰ ਦਿਸ ਮਿਸ਼ਨ। ਤੁਸੀਂ ਦੱਸਣਾ ਇਹਨਾਂ ਸਟੇਟਮੈਂਟਸ ਦੇ ਵਿੱਚੋਂ ਦੋਨੋਂ ਠੀਕ ਨੇ ਜਾਂ ਦੋਨੋਂ ਗਲਤ ਨੇ ਜਾਂ ਇੱਕ ਠੀਕ ਹੈ ਜਾਂ ਇੱਕ ਗਲਤ ਹੈ। ਠੀਕ ਹੈ ਜੀ। ਆਨਸਰ ਕਰੋ ਜਿਹੜੇ ਬੱਚੇ ਦੇਖ ਰਹੇ ਹੋ, ਤੇ ਮੈਨੂੰ ਉਮੀਦ ਆ ਕਿ ਤੁਹਾਡੇ ਵਿੱਚੋਂ ਕਈ ਬੱਚਿਆਂ ਨੂੰ ਇਹਦਾ ਆਨਸਰ ਪਤਾ ਹੋਣਾ ਚਾਹੀਦਾ। ਤੇ ਹੁਣ ਆਪਾਂ ਬਸ ਇਹ ਲਾਸਟ ਹੀ ਨਿਊਜ਼ ਆ ਸਾਡੀ ਅੱਜ ਦੀ, ਕਿਉਂਕਿ ਪਹਿਲੇ ਨਿਊਜ਼ ਤੇ ਬਾਵਾ ਟਾਈਮ ਲੱਗ ਗਿਆ ਸਾਨੂੰ। ਇਹਦੇ ਬਾਅਦ ਆਪਾਂ ਪੰਜਾਬੀ ਦੀ ਕਲਾਸ ਵੀ ਸਟਾਰਟ ਕਰਨੀ ਆ, ਸੋ ਇਹਦੇ ਬਾਅਦ ਆਪਾਂ ਅੱਜ ਦੀ ਕਲਾਸ ਨੂੰ ਇੱਥੇ ਖਤਮ ਕਰਾਂਗੇ ਤੇ ਅੱਗੇ ਜੋ ਸਾਡੇ ਕੁਝ ਟੌਪਿਕਸ ਅੱਜ ਦੇ ਬੱਚੇ ਨੇ ਉਹਨਾਂ ਨੂੰ ਕੱਲ ਦੀ ਕਲਾਸ ਦੇ ਨਾਲ ਆਪਾਂ ਡਿਸਕਸ ਕਰਾਂਗੇ। ਠੀਕ ਹੈ ਜੀ। ਤੇ ਫਿਰ ਆਪਾਂ ਗੱਲ ਕਰਦੇ ਹਾਂ ਇਸਰੋ ਸਪਿਨ ਵਾਈ ਇਜ਼ ਇਨ ਨਿਊਜ਼। ਨਿਊਜ਼ ਦੇ ਵਿੱਚ ਕਿਉਂ ਆ ਜੀ? ਰੀਸੈਂਟਲੀ ਇਸਰੋ ਐਂਡ ਸੋਸ਼ਲ ਅਲਫਾ, ਵੈਰੀ ਇੰਪੋਰਟੈਂਟ, ਧਿਆਨ ਰੱਖਿਓ। ਇਹ ਸਾਰੀਆਂ ਚੀਜ਼ਾਂ ਪੇਪਰ 'ਚ ਪੁੱਛੀਆਂ ਜਾ ਸਕਦੀਆਂ ਜੀ। ਸੋਸ਼ਲ ਅਲਫਾ ਇਹਨਾਂ ਨੇ ਸਾਈਨ ਕੀਤਾ ਇੱਕ MOU ਮੈਮੋਰੰਡਮ ਆਫ ਅੰਡਰਸਟੈਂਡਿੰਗ ਟੂ ਲਾਂਚ ਸਪੇਸ ਟੈਕ ਇਨੋਵੇਸ਼ਨ ਨੈਟਵਰਕ। ਸਪਿਨ ਦੀ ਨਾ ਇੱਕ ਫੁੱਲ ਫਾਰਮ ਹੈ ਸਪੇਸ ਟੈਕ ਇਨੋਵੇਸ਼ਨ ਨੈਟਵਰਕ। ਯਾਦ ਰੱਖਿਓ, ਪੰਜਾਬ ਦੇ ਪੇਪਰਾਂ ਲਈ ਤਾਂ ਕਈ ਵਾਰ ਇਹ ਡੈਫੀਨੇਸ਼ਨ ਵੀ, ਇਹ ਫੁੱਲ ਫਾਰਮ ਵੀ ਪੁੱਛ ਲੈਂਦੇ ਨੇ ਕਈ ਵਾਰ ਕਿ ਕੀ ਫੁੱਲ ਫਾਰਮ ਹੈ ਇਹਦੀ। ਠੀਕ ਹੈ ਜੀ। ਸਪਿਨ ਦੀ ਫੁੱਲ ਫਾਰਮ ਹੈ ਸਪੇਸ ਟੈਕ ਇਨੋਵੇਸ਼ਨ ਨੈਟਵਰਕ। ਇਹ ਕਿਹਨੇ ਸੈਟਅਪ ਕੀਤਾ ਜੀ? ਇਸਰੋ ਪਲੱਸ ਸੋਸ਼ਲ ਅਲਫਾ। ਇਹ ਇੱਕ ਪ੍ਰਾਈਵੇਟ ਇੱਕ ਆਰਗੇਨਾਈਜੇਸ਼ਨ ਆ, ਸੋਸ਼ਲ ਅਲਫਾ ਐਂਡ ਇਸਰੋ ਨੇ ਰਲ ਕੇ ਸਪੇਸ ਟੈਕ ਇਨੋਵੇਸ਼ਨ ਨੈਟਵਰਕ ਨੂੰ ਐਸਟੈਬਲਿਸ਼ ਕਰਨ ਦੇ ਲਈ ਇੱਕ ਐਗਰੀਮੈਂਟ, ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਰੀਸੈਂਟਲੀ। ਠੀਕ ਹੈ ਜੀ। ਇਹ ਹੈ ਕੀ ਆ? ਸਪਿਨ ਕੀ ਆ? ਹੁਣ ਇਹ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ। ਇੰਡੀਆਜ਼ ਫਸਟ ਡੈਡੀਕੇਟਡ ਪਲੇਟਫਾਰਮ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਵਾਰੀ ਇਸ ਸਾਲ ਦੇ ਵਿੱਚ ਨਾ ਸਾਡੀ ਜੋ ਸਪੇਸ ਸੈਕਟਰ ਆ ਉਹਦੇ ਚ ਪ੍ਰਾਈਵੇਟ ਪਾਰਟਿਸਿਪੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ। ਹਾਂਜੀ, ਕਈ ਬੱਚਿਆਂ ਨੇ ਆਨਸਰ ਕੀਤਾ, ਬਾਕੀ ਵੀ ਆਨਸਰ ਕਰੋ ਜੀ। ਸੈਕੰਡ ਕੁਐਸਚਨ ਦਾ ਜੋ ਸਾਡਾ ਮਿਸ਼ਨ ਪ੍ਰਾਰੰਭ ਬਾਰੇ ਤੁਹਾਨੂੰ ਪੁੱਛਿਆ ਗਿਆ ਉਹਦਾ ਆਨਸਰ ਕਰੋ। ਜਿਵੇਂ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਪ੍ਰਾਈਵੇਟ ਜੋ ਸਾਡੀ ਸਪੇਸ ਸੈਕਟਰ ਆ, ਉਹਦੇ ਸਾਡੀ ਸਪੇਸ ਇਕੋਨਮੀ ਆ, ਸਪੇਸ ਸੈਕਟਰ ਆ, ਉਹਦੇ 'ਚ ਨਾ ਪ੍ਰਾਈਵੇਟ ਪਾਰਟਿਸਿਪੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਗਵਰਨਮੈਂਟ ਬਹੁਤ ਸਾਰੀਆਂ ਨਵੀਆਂ ਪਾਲਿਸੀਜ਼ ਲੈ ਕੇ ਆ ਰਹੀ ਆ। ਉਹਨਾਂ ਦੇ ਵਿੱਚੋਂ ਹੀ ਇੱਕ ਹੁਣ ਨਵਾਂ ਇਨੀਸ਼ੀਏਟਿਵ ਆ ਜੋ ਇਸਰੋ ਨੇ ਸਾਈਨ ਕੀਤਾ, ਦੈਟ ਇਜ਼ ਸਪੇਸ ਟੈਕ ਇਨੋਵੇਸ਼ਨ ਨੈਟਵਰਕ। ਹੈ ਕੀ ਹੈ ਜੀ ਇਹ? ਇਟ ਇਜ਼ ਇੰਡੀਆਜ਼ ਫਸਟ ਡੈਡੀਕੇਟਡ ਪਲੇਟਫਾਰਮ ਫॉर ਇਨੋਵੇਸ਼ਨ, curation and venture development for burgeoning space entrepreneurial ecosystem। ਜਿਹੜਾ ਸਾਡਾ ਸਪੇਸ ਦੇ ਵਿੱਚ ਅਸੀਂ ਨਵੇਂ ਜਿਹੜੇ ਉਦਯੋਗੀ ਨੇ ਜਾਂ ਕਹਿ ਲਓ ਐਂਟਰਪ੍ਰੈਨਿਓਰਸ ਨੇ, ਉਹਨਾਂ ਦੀ ਗਰੋਥ ਹੋ ਰਹੀ ਆ, ਬਹੁਤ ਗਰੋਥ ਹੋ ਰਹੀ ਆ। ਉਸ ਗਰੋਥ ਨੂੰ ਉਹਨਾਂ ਐਂਟਰਪ੍ਰੈਨਿਓਰਸ ਨੂੰ ਜਿਹੜੀਆਂ ਰਿਕੁਆਇਰਮੈਂਟਸ ਨੇ, ਉਹ ਚਾਹੇ ਜਿਵੇਂ ਕਹਿ ਲਓ ਕੋਈ ਵੈਂਚਰ ਡਿਵੈਲਪਮੈਂਟ ਦੇ ਲਈ ਆ, ਡਿਵੈਲਪਮੈਂਟ ਪਰਪਸ ਦੇ ਲਈ ਆ, ਉਹਨਾਂ ਨੂੰ ਕੋਈ ਫੰਡਸ ਚਾਹੀਦੇ ਨੇ ਜਾਂ ਕੋਈ ਟੈਕਨੋਲੋਜੀ ਚਾਹੀਦੀ ਆ, ਹੈ ਨਾ, ਜਾਂ ਇਨੋਵੇਸ਼ਨ ਉਹਨਾਂ ਨੂੰ ਕਿਸੇ ਤਰ੍ਹਾਂ ਆਪਾਂ ਪ੍ਰੋਵਾਈਡ ਕਰਨੀ ਹੈ, ਜਾਂ ਹੋਰ ਵੀ ਜੋ ਰਿਕੁਆਇਰਮੈਂਟਸ ਨੇ ਉਹ ਪ੍ਰੋਵਾਈਡ ਕਰਨ ਦੇ ਲਈ ਇੱਕ ਡੈਡੀਕੇਟਡ ਪਲੇਟਫਾਰਮ ਬਣਾਇਆ ਗਿਆ ਜਿੱਥੇ ਉਹਨਾਂ ਨੂੰ ਇਹ ਸਭ ਉਹਨਾਂ ਦੀਆਂ ਰਿਕੁਆਇਰਮੈਂਟਸ ਮਿਲ ਜਾਣਗੀਆਂ, ਉਹਨਾਂ ਦੀਆਂ ਰਿਕੁਆਇਰਮੈਂਟਸ ਫੁੱਲਫਿਲ ਹੋਣਗੀਆਂ। ਠੀਕ ਹੈ ਜੀ। ਉਹ ਹੈ ਸਪਿਨ, ਸਪੇਸ ਟੈਕ ਇਨੋਵੇਸ਼ਨ ਨੈਟਵਰਕ। ਇਹਦੇ ਥਰੂ ਉਹਨਾਂ ਦੀਆਂ ਜੋ ਵੀ ਰਿਕੁਆਇਰਮੈਂਟਸ ਨੇ ਇਨੋਵੇਸ਼ਨ ਦੇ ਰਿਗਾਰਡਿੰਗ, ਜਾਂ ਕਹਿ ਲਓ ਵੀ ਵੈਂਚਰ ਨੂੰ ਡਿਵੈਲਪ ਕਰਨ ਦੇ ਲਈ ਕੋਈ ਟੈਕਨੋਲੋਜੀ ਚਾਹੀਦੀ ਆ ਜਾਂ ਫੰਡਸ ਚਾਹੀਦੇ ਨੇ, ਉਹ ਸਾਰਾ ਕੁਝ ਇਹਨਾਂ ਨੂੰ ਇੱਥੇ ਪ੍ਰੋਵਾਈਡ ਕੀਤਾ ਜਾਊ। ਇਟ ਇਜ਼ ਵਨ ਆਫ ਇਟਸ ਕਾਈਂਡ ਪਬਲਿਕ ਪ੍ਰਾਈਵੇਟ ਕੋਲੈਬੋਰੇਸ਼ਨ। ਪਬਲਿਕ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਅਸੀਂ ਪ੍ਰਾਈਵੇਟ ਪਾਰਟਿਸਿਪੇਸ਼ਨ ਨੂੰ ਪ੍ਰਮੋਟ ਕਰ ਰਹੇ ਹਾਂ ਸਪੇਸ ਸੈਕਟਰ ਦੇ ਵਿੱਚ, ਜਿੱਥੇ ਸਾਡੇ ਸਟਾਰਟਅਪਸ ਪਲੱਸ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਨੇ ਜੋ ਸਪੇਸ ਇੰਡਸਟਰੀ ਦੇ ਲਈ ਕੰਮ ਕਰਨਗੀਆਂ, ਉਹਨਾਂ ਨੂੰ ਕੋਲੈਬੋਰੇਟ ਕਰਨ ਦੇ ਲਈ, ਉਹਨਾਂ ਦੇ ਕੋਲੈਬੋਰੇਸ਼ਨ ਦੇ ਲਈ ਇਹ ਪਲੇਟਫਾਰਮ ਤਿਆਰ ਕੀਤਾ ਗਿਆ। ਠੀਕ ਹੈ ਜੀ। ਵੈਰੀ ਇੰਪੋਰਟੈਂਟ ਪਤਾ ਹੋਣਾ ਚਾਹੀਦਾ ਕਿ ਸਪਿਨ ਕਿਹਦੇ ਵਿੱਚ ਐਗਰੀਮੈਂਟ ਇਹਦੇ ਲਈ ਸਾਈਨ ਹੋਇਆ, ਇਹਦਾ ਕੰਮ ਕੀ ਹੈ? ਇਹਦਾ ਕੰਮ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਿਦ ਰਿਸਪੈਕਟ ਟੂ ਸਪੇਸ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨੂੰ ਪ੍ਰਮੋਟ ਕਰਨਾ ਤੇ ਪ੍ਰਾਈਵੇਟ ਐਂਟਰਪ੍ਰੈਨਿਓਰਸ ਨੇ ਜਿਹੜੇ ਉਹਨਾਂ ਦੀਆਂ ਜੋ ਵੀ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਇੱਕ ਡੈਡੀਕੇਟਡ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ। ਠੀਕ ਹੈ ਜੀ। ਸੋਸ਼ਲ ਅਲਫਾ ਤੇ ਇਸਰੋ ਦੋਨੋਂ ਰਲ ਕੇ ਕਰ ਰਹੇ ਨੇ ਤੇ ਇਹਦਾ ਪਰਪਸ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਹੁਣ ਕੀ ਹੈ ਵੀ ਇਹਨੇ ਕੰਮ ਕੀ ਕਰਨਾ, ਉਹਨਾਂ ਨੂੰ ਜੋ ਵੀ ਟੈਕਨੋਲੋਜੀ ਚਾਹੀਦੀ ਨੇ ਉਹ ਪ੍ਰੋਵਾਈਡ ਕਰਨੀ ਹੈ। ਇਟ ਵਿਲ ਫੋਕਸ ਔਨ ਫੈਸਿਲਿਟੇਟਿੰਗ ਸਪੇਸ ਟੈਕ ਐਂਟਰਪ੍ਰੈਨਿਓਰਸ ਇਨ 3 ਡਿਸਟਿੰਕਟ ਇਨੋਵੇਸ਼ਨ ਕੈਟਾਗਰੀਜ਼। ਇਹਦੇ ਅੰਡਰ 3 ਡਿਫਰੈਂਟ ਕੈਟਾਗਰੀਜ਼ ਨੇ ਜਿਨ੍ਹਾਂ ਦੇ ਅੰਡਰ ਜੋ ਐਂਟਰਪ੍ਰੈਨਿਓਰਸ ਨੂੰ ਕੰਮ ਕਰਨਾ, ਜਿਹੜੇ ਉਹਨਾਂ ਕੈਟਾਗਰੀਜ਼ ਦੇ ਅੰਡਰ ਕੰਮ ਕਰਨਾ ਚਾਹਣਗੇ ਉਹਨਾਂ ਨੂੰ ਫੈਸਿਲਿਟੇਸ਼ਨ, ਉਹਨਾਂ ਨੂੰ ਸਪੋਰਟ ਪ੍ਰੋਵਾਈਡ ਕੀਤੀ ਜਾਊ। ਕਿਹੜੇ ਕੈਟਾਗਰੀਜ਼ ਨੇ ਜੀ ਉਹ? ਇਹ ਵੀ ਪੁੱਛੀਆਂ ਜਾ ਸਕਦੀਆਂ ਨੇ ਕਿ ਕਿਹੜੀਆਂ ਕੈਟਾਗਰੀਜ਼ ਨੇ ਉਹ। One is geospatial technologies and downstream applications। ठीक है जी। Second is enabling technologies for space and mobility।
ਸਪੇਸ ਐਂਡ ਮੋਬਿਲਿਟੀ ਨੂੰ ਪ੍ਰਮੋਟ ਕਰਨ ਦੇ ਲਈ, ਕਹ ਲਓ ਸਪੇਸ ਦੇ ਲਈ ਜੋ ਵੀ ਟੈਕਨੋਲੋਜੀਜ਼ ਨੇ, ਇਨੇਬਲਿੰਗ ਟੈਕਨੋਲੋਜੀਜ਼ ਹੈ ਨਾ, ਜੋ ਉਹਦੇ ਲਈ ਟੈਕਨੋਲੋਜੀਜ਼ ਚਾਹੀਦੀਆਂ ਨੇ, ਜੇ ਕਿ ਉਹ ਸੈਗਮੈਂਟ ਉਸ ਕੈਟਾਗਰੀ 'ਚ ਕੰਮ ਕਰਨਾ ਚਾਹੁੰਦਾ, ਦੈਨ ਏਰੋਸਪੇਸ ਮਟੀਰੀਅਲਸ, ਸੈਂਸਰਸ ਐਂਡ ਐਵੀਓਨਿਕਸ, ਇਹਨਾਂ ਚੀਜ਼ਾਂ ਦੀ ਕੰਸਟਰਕਸ਼ਨ, ਇਹਨਾਂ ਚੀਜ਼ਾਂ ਦੀ ਡਿਵੈਲਪਮੈਂਟ ਕਰਨ ਦੇ ਲਈ ਕੋਈ ਵੀ ਸਟਾਰਟਅਪ ਕੰਮ ਕਰਨਾ ਚਾਹੁੰਦਾ ਉਹਨੂੰ ਸਪੋਰਟ ਕੀਤੀ ਜਾਊ। ਜੀਓ ਸਪੇਸ਼ਲ ਟੈਕਨੋਲੋਜੀਜ਼ ਦੇ ਵਿੱਚ ਜੋ ਪਾਰਟਿਸਿਪੇਟ ਕਰੂ ਉਹਨਾਂ ਦੀ ਸਪੋਰਟ ਕੀਤੀ ਜਾਊ। ਪਲੱਸ ਜਿਹੜੇ ਉੱਦਾਂ ਦੀਆਂ ਟੈਕਨੋਲੋਜੀਜ਼ ਬਣਾਉਣਗੇ ਜਿਹੜੀਆਂ ਸਾਡੀ ਸਪੇਸ, ਸਾਡੀ ਮੋਬਿਲਿਟੀ ਦੇ ਲਈ ਰਿਕੁਆਇਰਡ ਨੇ, ਉਹਨਾਂ ਸਾਰਿਆਂ ਨੂੰ ਇਹਦੇ ਅੰਡਰ ਆਪਾਂ ਗਵਰਨਮੈਂਟ ਆ ਜੋ ਸਪੋਰਟ ਪ੍ਰੋਵਾਈਡ ਕਰੂ। ਠੀਕ ਹੈ ਜੀ। ਤੇ ਹੁਣ ਸਾਡਾ ਜੋ ਕੁਐਸਚਨ ਸੀਗਾ ਉਹਦੀ ਗੱਲ ਕਰ ਲਈਏ ਆਪਾਂ। ਹਾਂਜੀ, ਪਹਿਲਾ ਸੀਗਾ ਮਿਸ਼ਨ ਪ੍ਰਾਰੰਭ। ਮਿਸ਼ਨ ਪ੍ਰਾਰੰਭ ਦੇ ਅੰਦਰ ਇਹਦੇ ਕਈ ਬੱਚਿਆਂ ਨੇ ਆਨਸਰ ਕੀਤਾ ਜੀ, 2 ਬੱਚਿਆਂ ਨੇ ਕੀਤਾ ਵੈਸੇ ਤਾਂ, ਇੱਕ ਕਹਿੰਦਾ ਦੋਨੋਂ ਕਰੈਕਟ, ਇੱਕ ਕਹਿੰਦਾ ਫਸਟ ਕਰੈਕਟ ਹੈ। ਵੈਸੇ ਦੋਨੋਂ ਹੀ ਗਲਤ ਨੇ ਇਹ। ਠੀਕ ਹੈ ਜੀ, ਦੋਨੋਂ ਬੱਚਿਆਂ ਦੇ ਆਨਸਰ ਗਲਤ ਨੇ। ਫਸਟ ਸਟੇਟਮੈਂਟ ਹੈ ਮਿਸ਼ਨ ਵਾਜ਼ ਰੀਸੈਂਟਲੀ ਲਾਂਚ ਬਾਈ ਇਸਰੋ। ਨਹੀਂ ਜੀ, ਇਸਰੋ ਨੇ ਨਹੀਂ ਲਾਂਚ ਕੀਤਾ ਇਹ ਜਿਹੜਾ ਮਿਸ਼ਨ ਪ੍ਰਾਰੰਭ ਹੈ ਇਹ ਹਾਈਦਰਾਬਾਦ ਬੇਸਡ ਜੋ ਇੱਕ ਸਟਾਰਟਅਪ ਹੈ ਉਹਨਾਂ ਨੇ ਸਟਾਰਟ ਕੀਤਾ ਇਹ। ਤੇ ਸਕਾਈ ਰੂਟ ਏਰੋਸਪੇਸ ਜੋ ਇੱਕ ਹਾਈਦਰਾਬਾਦ ਬੇਸਡ ਸਟਾਰਟਅਪ ਹੈ, ਉਹਨਾਂ ਨੇ ਮਿਸ਼ਨ ਪ੍ਰਾਰੰਭ ਸਟਾਰਟ ਕੀਤਾ, ਲਾਂਚ ਕੀਤਾ ਰੀਸੈਂਟਲੀ, ਇਸਰੋ ਨੇ ਨਹੀਂ ਕੀਤਾ। ਸੋ ਫਸਟ ਸਟੇਟਮੈਂਟ ਗਲਤ ਹੋਗੀ ਜੀ। Second statement is Bikram S, India's first privately developed rocket was launched under this mission। ਇਹ ਸਟੇਟਮੈਂਟ ਠੀਕ ਆ ਜੀ। ਇਹਦਾ ਆਨਸਰ ਆਉਣਾ ਸੀ 2 ਓਨਲੀ, ਬਟ 3 ਬੱਚਿਆਂ ਨੇ ਆਨਸਰ ਕੀਤਾ, ਤਿੰਨਾਂ ਚੋਂ ਕਿਸੇ ਨੇ ਇਹ ਆਨਸਰ ਠੀਕ ਨਹੀਂ ਕੀਤਾ। ਇਹਦਾ ਆਨਸਰ ਹੈ 2 ਓਨਲੀ। ਸਕਾਈ ਰੂਟ ਏਰੋਸਪੇਸ ਨੇ ਹੀ ਬਿਕਰਮ ਐਸ ਰੌਕੇਟ ਆ ਜੋ ਉਹਨੂੰ ਡਿਵੈਲਪ ਕੀਤਾ ਤੇ ਮਿਸ਼ਨ ਪ੍ਰਾਰੰਭ ਦੇ ਅੰਡਰ ਲਾਂਚ ਕੀਤਾ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਇਹ ਇਸ ਸਾਲ ਦੇ ਲਈ ਬਹੁਤ ਇੰਪੋਰਟੈਂਟ ਆ। ਇਹਦੇ ਰਿਲੇਟਡ ਜੋ ਵੀ ਕੁਐਸਚਨ ਪਹਿਲਾਂ ਵੀ ਮੈਂ ਇੱਕ ਵਾਰੀ ਜਿਵੇਂ ਕਹ ਲਓ ਟੈਲੀਗ੍ਰਾਮ ਚੈਨਲ ਤੇ ਵੀ ਇਹਦੇ ਰਿਲੇਟਡ ਇੱਕ ਕੁਐਸਚਨ ਬਣਾਇਆ ਸੀ, ਤੇ ਉਸ ਤੋਂ ਪਹਿਲਾਂ ਜਦੋਂ ਆਪਾਂ ਇਹ ਟੌਪਿਕ ਡਿਸਕਸ ਕੀਤਾ ਸੀ ਉਦੋਂ ਵੀ ਇਹਦੇ ਰਿਗਾਰਡਿੰਗ ਇੱਕ ਕੁਐਸਚਨ ਬਣਾਇਆ ਸੀ। ਇੱਕ ਕੁਐਸਚਨ ਅੱਜ ਬਣ ਗਿਆ। ਸੋ ਇਹਨਾਂ ਦੇ ਵਿੱਚੋਂ ਇੱਕ ਨਾ ਇੱਕ ਸਟੇਟਮੈਂਟ ਜਾਂ ਕਹ ਲਓ ਦੋਨੋਂ ਸਟੇਟਮੈਂਟਸ ਜਾਂ ਜੋ ਵੀ ਆਪਾਂ ਦਿੱਤੀਆਂ ਉਹ ਪੇਪਰ 'ਚ ਮਿਲ ਸਕਦੀਆਂ ਨੇ, ਚਾਂਸਸ ਹੈ। ਚਲੋ ਬਾਕੀ ਸਾਡੇ ਅੱਗੇ ਜਿਹੜੇ ਟੌਪਿਕਸ ਅੱਜ ਲਈ ਸੀਗੇ ਜੀ ਉਹ ਹੁਣ ਆਪਾਂ ਕੱਲ੍ਹ ਕਰਾਂਗੇ। ਇੱਕ ਤਾਂ ਪਾਰਲੀਮੈਂਟਰੀ ਸੈਸ਼ਨਸ ਸੀ, ਤੇ ਲੈਂਗੁਏਜਸ ਸੀਗੀਆਂ ਪਾਰਲੀਮੈਂਟ ਵਿੱਚ ਕਿਹੜੀਆਂ ਵਰਤੀਆਂ ਜਾਂਦੀਆਂ, ਤੇ ਫਿਰ ਬਿਮਸਟੈਕ ਬਾਰੇ ਸੀ। ਚਲੋ ਹੁਣ ਟਾਈਮ ਪਹਿਲੇ ਟੌਪਿਕ ਤੇ ਸਾਨੂੰ ਜ਼ਿਆਦਾ ਲੱਗ ਗਿਆ, ਉਹ ਇੰਪੋਰਟੈਂਟ ਵੀ ਸੀ ਤੇ ਥੋੜਾ ਟੈਕਨੀਕਲ ਹੋਣ ਕਰਕੇ ਟਾਈਮ ਲੱਗ ਗਿਆ। ਤੇ ਹੁਣ ਆਪਾਂ 9:05 ਤੇ ਆਪਾਂ ਪੰਜਾਬ ਜੀਕੇ ਵਾਲੀ ਕਲਾਸ ਸਟਾਰਟ ਕਰਾਂਗੇ। ਸੋ ਥੈਂਕ ਯੂ ਵੈਰੀ ਮਚ। ਤੇ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਤੁਸੀਂ ਇਹ ਵੀਡੀਓ ਦੁਬਾਰਾ ਦੇਖ ਲਿਓ, ਤੇ ਫਿਰ ਵੀ ਜੇ ਕੋਈ ਡਾਊਟ ਰਹਿੰਦਾ ਮੋਨਿਟਰੀ ਪਾਲਿਸੀ ਦੇ ਰਿਗਾਰਡਿੰਗ ਤਾਂ ਤੁਸੀਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਵੀ ਆਪਾਂ ਇਹਦੇ ਬਾਰੇ ਡਿਸਕਸ ਕਰ ਲਾਂਗੇ ਜੇ ਕਿਸੇ ਨੂੰ ਡਾਊਟ ਹੋਇਆ ਕੋਈ। ਠੀਕ ਹੈ ਜੀ, ਓਕੇ ਜੀ ਗੁਰਪ੍ਰੀਤ ਜੀ, ਠੀਕ ਹੈ ਜੀ।